ਉਹ ਕਹਿੰਦੇ ਕਿ ਜੇ ਕੁੜੀਆਂ ਰਾਤ ਨੂੰ ਅਸੀਂ ਇੱਥੇ ਦਾਰੂ ਪੀਵਾਂਗੇ, ਗੱਡੀਆਂ ਤੇ ਗੇੜੇ ਵੀ ਮਾਰਾਂਗੇ। ਕੁੜੀਆਂ ਨੂੰ ਅਧਿਕਾਰ ਦਿੱਤਾ ਗਿਆ ਕਿ ਜਿਸ ਲਾਇਬ੍ਰੇਰੀ ਜਿਹੜੀ ਤੁਹਾਨੂੰ ਪੜ੍ਹਨ ਲਈ ਖੋਲ੍ਹੀ ਗਈ ਹੈ, ਤੁਸੀਂ 9 ਵਜੇ ਤੋਂ ਬਾਅਦ ਲਾਇਬ੍ਰੇਰੀ ਤੋਂ ਬਾਹਰ ਨਹੀਂ ਆ ਸਕਦੇ। ਇਸ ਕਰਕੇ ਜੇ ਕੋਈ ਕੁੜੀ ਰਾਤ ਨੂੰ 9 ਵਜੇ ਤੋਂ ਬਾਅਦ ਮਤਲਬ ਲਾਇਬ੍ਰੇਰੀ ਤੋਂ ਬਾਹਰ ਕਿਸੇ ਸੜਕ ਤੇ ਖੜੀ ਸਾਨੂੰ ਦਿਖਾਈ ਦਿੰਦੀ ਹੈ ਤਾਂ ਅਸੀਂ ਖੁਦ ਨਜਿੱਠਾਂਗੇ ਕਿ ਉਸ ਕੁੜੀ ਨਾਲ ਕੀ ਕੀਤਾ ਜਾਵੇ। ਤਾਂ ਉਹਨਾਂ ਨੇ ਕੜੇ ਕੱਢ ਕੇ ਜਿਹੜਾ ਸਟੂਡੈਂਟ ਦੇ ਉੱਤੇ ਹਮਲਾ ਦੁਬਾਰਾ ਤੋਂ 3 ਵਾਰ ਜਿਹੜਾ ਸਟੂਡੈਂਟ ਦੇ ਉੱਤੇ ਅਟੈਕ ਕੀਤਾ ਗਿਆ। ਪਹਿਲੀ ਵਾਰ ਤਾਂ ਇਹਨਾਂ ਨੇ ਸਿਰਫ ਕੁੱਟਿਆ, ਦੂਜੀ ਵਾਰ 'ਚ ਇਹਨਾਂ ਨੇ ਕੜਿਆਂ ਤੇ ਅਟੈਕ ਕੀਤਾ, ਤੀਜੀ ਵਾਰ ਕੁੜੀ ਦਾ ਗਲਾ ਫੜ ਲਿਆ, ਕੁੜੀ ਨੂੰ ਗਲੇ ਤੋਂ ਫੜ ਕੇ ਉਹਨੂੰ ਲੰਮੇ ਪਾ ਦਿੱਤਾ ਥੱਲੇ। ਉੱਥੇ ਵੀ 4-5 ਸਟੂਡੈਂਟਸ ਨੇ ਮਿਲ ਕੇ ਜਿਹੜਾ ਉਹ ਇੰਨਾ ਪਹਿਲਵਾਨ ਮੁੰਡਾ ਸੀਗਾ ਕਿ 4-5 ਸਟੂਡੈਂਟਸ ਨੇ ਮਿਲ ਕੇ ਉਹਨੂੰ ਕੁੜੀ ਤੋਂ ਛੁਡਵਾਇਆ। ਕਿਉਂਕਿ ਮੈਂ ਖੁਦ ਉਸ ਰਾਤ ਵਾਲੀ ਘਟਨਾ ਦੇ ਵਿੱਚ ਸੀਗੀ ਤੇ ਮੈਂ ਜਦੋਂ ਲਾਇਬ੍ਰੇਰੀ ਤੋਂ ਬਾਹਰ ਨਿਕਲੀ, ਇੱਥੇ ਸਾਹਮਣੇ ਹੀ ਜੂਸ ਕਾਰਨਰ ਤੋਂ 40 ਤੋਂ 50 ਜਣੇ ਬੈਠੇ ਸੀਗੇ। ਜਦੋਂ ਮੈਂ ਨਿਕਲੀ ਉਹਨਾਂ ਨੇ ਸਾਰਿਆਂ ਨੇ ਇਸ਼ਾਰਾ ਕੀਤਾ ਵੀ ਇਹ ਲੜਕੀ ਰਾਤ ਵਾਲੇ ਸ਼ਾਮ ਸੀ। ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ ਤੇ ਕਾਫੀ ਉੱਚੀ ਮਿਊਜ਼ਿਕ ਲਗਾਇਆ ਹੋਇਆ ਸੀਗਾ। ਉਹਨਾਂ ਦਾ ਸਾਫ਼ ਪ੍ਰਦਰਸ਼ਨ ਸੀਗਾ ਵੀ ਆਪਾਂ ਕਿਸੇ ਨੂੰ ਫੜਨਾ ਹੈ, ਕੁੱਟਣਾ ਹੈ ਤੇ ਉਹਦੇ ਥਰੂ ਜਿਹੜਾ ਆਪਣਾ ਮੈਸੇਜ ਜਿਹੜਾ ਪਹਿਚਾਣਾ ਹੈ। ਉਹਨੂੰ ਫੜ ਕੇ ਜਿਹੜੇ ਆ 10-12 ਜਣੇ ਉਹਨੂੰ ਖਿੱਚ ਕੇ ਵਿੱਚੋਂ ਲੈ ਜਾਂਦੇ ਆ ਤੇ ਉਹਨੂੰ ਬੁਰੀ ਤਰੀਕੇ ਦੇ ਨਾਲ 20-25 ਜਣਿਆਂ ਵੱਲੋਂ ਉਹਨੂੰ ਲੰਮੇ ਪਾ ਕੇ ਕੁੱਟਿਆ ਜਾਂਦਾ ਹੈ। ਹੁਣ ਤੁਸੀਂ ਖੁਦ ਦੇਖੋ ਕਿ ਇੱਕ ਵਿਦਿਆਰਥੀ ਨੂੰ ਇਕੱਲੇ ਨੂੰ ਤੁਸੀਂ ਇੰਨੇ ਵਿੱਚੋਂ ਚੱਕ ਕੇ 20-25 ਗੁੰਡੇ ਜਿਹੜੇ ਕੁੱਟ ਰਹੇ ਹੋ ਤਾਂ ਕਿਹੜਾ ਸਟੂਡੈਂਟ ਹੈ ਜਿਹੜਾ ਉਸ ਵੇਲੇ ਸ਼ਾਂਤ ਬੈਠੂਗਾ। ਅਕਸਰ ਚੀਜ਼ਾਂ ਹੁੰਦੀਆਂ ਨੇ ਯੂਨੀਵਰਸਿਟੀ ਦੇ ਵਿੱਚ, ਸ਼ਰਾਬ ਪੀ ਕੇ ਗੇੜੀਆਂ ਵੱਜਦੀਆਂ ਨੇ ਗੱਡੀਆਂ 'ਚ। ਸਰ ਇਹ ਤਾਂ ਮਾਹੌਲ ਹੈਗਾ ਹੀ ਆ ਥੋੜ੍ਹਾ ਯੂਨੀਵਰਸਿਟੀ ਦੇ ਵਿੱਚ। ਅਕਸਰ ਤੁਸੀਂ ਉਸ ਗੱਡੀ ਦੀ ਪਹਿਲਾਂ ਵੀ ਕੰਪਲੇਂਟ ਹੋ ਚੁੱਕੀ ਆ। 11 ਵਜੇ ਤੋਂ ਬਾਅਦ ਬੈਰੀਗੇਟਿੰਗ ਜਦੋਂ ਹਟਾ ਦਿੱਤੀ ਜਾਂਦੀ ਆ ਤਾਂ ਸਾਨੂੰ ਅੰਦਰ ਸਾਫ਼ ਸੁਣਦਾ ਹੁੰਦਾ, ਕੂਕਾਂ ਮਤਲਬ ਗਾਲੀ ਗਲੋਚ ਵੀ ਹੁੰਦੀ ਆ ਕਈ ਵਾਰ ਤਾਂ, ਮਤਲਬ ਉੱਥੇ ਖੜ ਕੇ ਹੋਸਟਲ ਬਾਹਰ ਬਹੁਤ ਕੁਝ ਕਰਦੇ ਨੇ। ਜਿਵੇਂ ਇਹਦੇ ਵਿੱਚ ਪੂਰੀ ਦੀ ਪੂਰੀ ਇੱਕ ਹਉਮੈ ਹੈਗੀ ਵੀ ਸਾਡੇ ਤੋਂ ਜੇ ਗਲਤੀ ਹੋ ਗਈ ਸਾਡੇ ਤੋਂ ਮਾਫੀ ਕਿਉਂ ਮੰਗਾਈ ਜਾਗੀ ਆ, ਉਹ ਹਉਮੈ ਦੇ ਵਿੱਚ ਅਟੈਕ ਹੋਇਆ। ਬਾਕੀ ਉਹਨਾਂ ਨਾਲ 50 ਤੋਂ 60 ਬੰਦੇ ਸਾਰੇ ਹੀ ਆਊਟਸਾਈਡਰ ਸੀਗੇ, ਜਿਹੜੇ ਪ੍ਰੋਫੈਸ਼ਨਲ ਗੁੰਡੇ ਸੀ। ਕਿ ਸਾਰਾ ਸੋਸ਼ਲ ਮੀਡੀਆ ਦਾ ਹੀ ਮਾਮਲਾ, ਕੋਈ ਪੋਸਟ ਪਾਤੀ ਉਸ ਤੋਂ ਬਾਅਦ ਜਾ ਕੇ ਰਿਐਕਟ ਕਰਨ ਲੱਗ ਪਏ ਵੀ ਤੁਸੀਂ ਕਿਉਂ ਪਾਈ ਹੈ। ਜਿਹੜੀ ਸਾਨੂੰ ਲੱਗਦੀ ਉਹਦੇ ਪਿੱਛੇ ਮਾਨਸਿਕਤਾ ਇਹ ਸੀ ਕਿ ਮੈਂ ਇੱਥੋਂ ਦਾ ਪ੍ਰਧਾਨ ਆ, ਮੈਂ ਦੇਖਦਾ ਤੁਹਾਡੇ ਕੋਲ ਮਾਫੀ ਕੌਣ ਮੰਗਵਾਉਂਦਾ। ਪਟਿਆਲਾ ਯੂਨੀਵਰਸਿਟੀ ਵਿੱਚ ਇੱਕ ਘਟਨਾ ਵਾਪਰਦੀ 8 ਤਰੀਕ ਨੂੰ। ਉਸ ਤੋਂ ਬਾਅਦ ਲਗਾਤਾਰ ਹੀ ਉਹ ਸੁਰਖੀਆਂ ਬਣ ਜਾਂਦੀਆਂ ਨੇ। ਤੁਹਾਨੂੰ ਪੂਰੀ ਘਟਨਾ ਦਾ ਸੱਚ ਦੱਸਾਂਗੇ ਜੋ ਕਿ ਵਿਦਿਆਰਥੀ ਮੌਜੂਦ ਸਨ। ਅਖਬਾਰਾਂ ਵੀ ਦੀ ਸੁਰਖੀਆਂ ਬਣਦੀਆਂ ਤੇ ਮੀਡੀਆ ਵਿੱਚ ਵੀ ਚਰਚਾ ਬਣਦੀ ਹੈ। ਸਾਡੇ ਨਾਲ ਕੁਝ ਵਿਦਿਆਰਥੀ ਮੌਜੂਦ ਨੇ ਪਟਿਆਲਾ ਯੂਨੀਵਰਸਿਟੀ ਦੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਰਾ ਮਾਮਲਾ ਕੀ ਸੀ, ਲੜਾਈ ਹੋਈ ਕਿਉਂ ਹੈ, ਕਿਸ ਤਰੀਕੇ ਨਾਲ ਜਾ ਕੇ ਸਾਰਾ ਵਾਕਿਆ ਹੁੰਦਾ। ਚਰਚਾ ਵੀ ਬਣੀ ਹੋਈ ਸੀ ਕਿ 7 ਤਰੀਕ ਰਾਤ ਨੂੰ ਕੁੜੀਆਂ ਨਾਲ ਛੇੜਖਾਨੀ ਹੁੰਦੀ ਰਹੀ ਹੈ। ਲਗਾਤਾਰ ਕਾਰ ਦੇ ਵਿੱਚ ਉੱਚੀ ਆਵਾਜ਼ 'ਚ ਗਾਣੇ ਚੱਲਦੇ ਰਹੇ ਨੇ। ਉਸ ਤੋਂ ਬਾਅਦ ਸਾਰਾ ਮਾਮਲਾ ਭਖਿਆ ਨਜ਼ਰ ਆ ਰਿਹਾ ਸੀ। ਸਾਨੂੰ ਕੁਝ ਵਿਦਿਆਰਥੀ ਵੀ ਨੇ ਉਹ ਮੌਕੇ 'ਤੇ ਮੌਜੂਦ ਸੀ ਜੋ 7 ਤਰੀਕ ਨੂੰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਰਾ ਵਾਕਿਆ ਹੋਇਆ ਕੀ ਸੀ। ਤਾਂ ਨਾਮ ਕੀ ਹੈ? ਅਲਕਾ। ਜਿਸ ਤਰੀਕੇ ਨਾਲ 7 ਤਰੀਕ ਦੀ ਆਪਾਂ ਜੇ ਗੱਲ ਕਰੀਏ, ਪੂਰੀ ਘਟਨਾ ਕੀ ਸੀ ਸ਼ਾਮ ਦੀ? ਤੁਸੀਂ ਮੌਜੂਦ ਹੈਗੇ ਸੀ ਉੱਥੇ? ਹਾਂਜੀ, ਅਸੀਂ ਉੱਥੇ ਮੌਜੂਦ ਸੀਗੇ। ਅਸੀਂ ਚਾਹ ਲਾਇਬ੍ਰੇਰੀ ਪੜ੍ਹ ਰਹੇ ਸੀਗੇ ਤਾਂ ਉੱਥੋਂ ਚਾਹ ਪੀਣ ਲਈ ਅਸੀਂ ਨਿਕਲੇ ਸੀ। ਕਰੀਬ 10 ਤੋਂ 11 ਦਾ ਟਾਈਮ ਸੀਗਾ ਤਾਂ ਉੱਥੇ ਦੇਖਿਆ ਕਿ ਇੱਕ ਗੱਡੀ ਸੀਗੀ, ਇੱਕ ਬਾਰ-ਬਾਰ ਗੇੜੇ ਲਗਾ ਰਹੀ ਸੀਗੀ। 4 ਤੋਂ 5 ਟਾਈਮ ਉਹਨਾਂ ਨੇ ਗੇੜੇ ਲਗਾਏ। ਜਦੋਂ ਉਹਨੂੰ ਨੋਟ ਕੀਤਾ ਗਿਆ ਤੇ ਉਹਦੇ ਵਿੱਚ ਜਿਹੜੇ ਬੈਠੇ ਸੀਗੇ ਮੁੰਡੇ, ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ ਤੇ ਕਾਫੀ ਉੱਚੀ ਮਿਊਜ਼ਿਕ ਲਗਾਇਆ ਹੋਇਆ ਸੀਗਾ ਤੇ ਉਹਨਾਂ ਨੇ ਥੋੜਾ ਗੋਲ ਮਾਰਕੀਟ ਤੋਂ ਪਿੱਛੇ ਜਾ ਕੇ ਉਹਨਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ, ਉੱਚੀ ਹੂਟਿੰਗ ਕਰ ਰਹੇ ਸੀਗੇ। ਤੇ ਫਿਰ ਅਸੀਂ ਉਹਦੀ ਕੰਪਲੇਂਟ ਕੀਤੀ, ਜਿਹੜੇ ਇੱਥੇ ਸੀਨੀਅਰ ਸਿਕਿਉਰਿਟੀ ਆਫਿਸਰ ਆ ਅਮਰਜੀਤ ਨੂੰ ਕਾਲ ਕੀਤੀ ਕਿ ਇੱਥੇ ਇੱਕ ਗੱਡੀ ਜਿਹੜੀ ਆ ਵੀ ਇੱਦਾਂ ਗੇੜੀਆਂ ਲਗਾ ਰਹੀ ਹੈ, ਉਹ 'ਚ ਗੀਤ ਲੱਗੇ ਹੋਏ ਨੇ, ਉੱਚੀ ਮਿਊਜ਼ਿਕ ਲੱਗਾ ਹੋਇਆ ਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਆ ਤੇ ਹੂਟਿੰਗਾਂ ਮਾਰ ਕੇ ਲੰਘ ਰਹੇ ਨੇ। ਤਾਂ ਉਹਨਾਂ ਨੇ ਉਸੇ ਵੇਲੇ ਜਿਹੜੇ ਆ ਸਿਕਿਉਰਿਟੀ ਗਾਰਡ ਭੇਜੇ 2 ਜਿਹੜੇ ਉਹ ਸਾਡੇ ਕੋਲ ਆਏ। ਉਹਨੇ ਟਾਈਮ ਨੂੰ ਕਾਫੀ ਸਟੂਡੈਂਟਸ ਨੇ ਹੋਰ ਨੇ ਵੀ ਨੋਟ ਕੀਤਾ ਸੀਗਾ ਤੇ ਕਾਫੀ ਸਟੂਡੈਂਟ ਉੱਥੇ ਇਕੱਠੇ ਹੋ ਗਏ ਵੀ ਹਾਂ ਆਪਾਂ ਨੂੰ ਇਹ ਗੱਡੀ ਜਿਹੜੀ ਰੋਕਣੀ ਚਾਹੀਦੀ ਹੈ। ਤੇ ਜਦੋਂ ਸਿਕਿਉਰਿਟੀ ਗਾਰਡ ਆਉਂਦੇ ਨੇ ਤਾਂ ਉਹ ਗੱਡੀ ਉਹਨਾਂ ਵੱਲ ਦੇਖ ਕੇ ਜਿਹੜੀ ਉਹ ਮਤਲਬ ਪਿੱਛੇ ਮੁੜ ਜਾਂਦੀ ਹੈ। ਫਿਰ ਸਿਕਿਉਰਿਟੀ ਗਾਰਡ ਜਿਹੜੇ ਉਹਨਾਂ ਦਾ ਪਿੱਛਾ ਕਰਦੇ ਨੇ, ਉਹਨਾਂ ਨੂੰ ਲੈਣ ਲਈ ਜਾਂਦੇ ਨੇ ਤੇ ਉਹ ਜਿਹੜੀ ਗੱਡੀ ਆਪਣੇ ਘਰ ਲਗਾ ਦਿੰਦੇ ਨੇ ਤੇ ਉੱਥੋਂ ਪਹਿਲਾਂ ਤੇ ਨਾਲ ਆ ਜਾਂਦੇ ਨੇ। ਸੱਚ ਪਹਿਲਾਂ ਆਉਂਦੇ ਨੇ ਨਾਲ ਤੇ ਕਹਿੰਦੇ ਵੀ ਠੀਕ ਹੈ ਅਸੀਂ ਵਿਦਿਆਰਥੀਆਂ ਨਾਲ ਗੱਲ ਕਰਨ ਲਈ ਤਿਆਰ ਹਾਂ। ਤੇ ਜਦੋਂ ਸਿਕਿਉਰਿਟੀ ਗਾਰਡ ਉਹਨਾਂ ਨੂੰ ਲੈ ਕੇ ਸਾਡੇ ਕੋਲ ਆਣ ਕੇ ਖੜ੍ਹਦੇ ਨੇ ਵੀ ਉਹ ਆ ਰਹੇ ਨੇ, ਤੁਸੀਂ ਉਹਨਾਂ ਨਾਲ ਮਸਲਾ ਸੌਰਟ ਆਊਟ ਕਰ ਲਓ ਵੀ ਕੀ ਹੈ। ਤੇ ਉਹ ਸਿਕਿਉਰਿਟੀ ਗਾਰਡਾਂ ਨੂੰ ਅੱਗੇ ਭੇਜ ਕੇ ਆਪ ਫਿਰ ਪਿੱਛੇ ਦੇ ਪਿੱਛੇ ਮੁੜ ਜਾਂਦੇ ਨੇ। ਤੇ ਉਸ ਤੋਂ ਬਾਅਦ ਜਦੋਂ ਵਾਪਸ ਗੱਡੀ ਜਿਹੜੀ ਗੱਡੀ ਤੇ ਗੇੜੇ ਲਾ ਰਹੇ ਸੀਗੇ, ਉਹ ਗੱਡੀ ਲਗਾ ਕੇ ਆਪਣੀ ਕਾਰ ਤੇ ਦੂਸਰੀ ਗੱਡੀ ਦੇ ਵਿੱਚ ਆਉਂਦੇ ਨੇ। ਉਹ ਗੱਡੀ ਹੁੰਦੀ ਹੈ ਰਾਜੂ ਪ੍ਰਧਾਨ ਦੀ। ਉਹਨਾਂ ਦੀ ਗੱਡੀ ਦੇ ਵਿੱਚ ਬੈਠ ਕੇ ਜਿਹੜਾ ਵਾਪਸ ਆਉਂਦੇ ਨੇ ਤੇ ਉਹ ਗੋਲ ਮਾਰਕੀਟ ਕੋਲੋਂ ਰੁਕ ਜਾਂਦੇ ਨੇ। ਫਿਰ ਉਦੋਂ ਸਟੂਡੈਂਟ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਜਾਂਦੇ ਨੇ ਵੀ ਤੁਸੀਂ ਗੇੜੀ ਮਾਰ ਰਹੇ ਸੀਗੇ, ਸ਼ਰਾਬ ਪੀਤੀ ਸੀਗੇ, ਇੱਦਾਂ ਹੂਟਿੰਗ ਕਰ ਰਹੇ ਸੀਗੇ ਵੀ ਤੁਸੀਂ ਬਾਹਰ ਨਿਕਲੋ ਤੇ ਮਾਫੀ ਮੰਗੋ ਇਸ ਚੀਜ਼ ਦੀ। ਉਹਦੇ ਵਿੱਚ ਰਾਜੂ ਪ੍ਰਧਾਨ ਅੜਦਾ ਹੈ ਕਿ ਅਸੀਂ ਕੋਈ ਮਾਫੀ ਨਹੀਂ ਮੰਗਾਂਗੇ, ਤੁਸੀਂ ਰਿਟਰਨ ਦੇ ਵਿੱਚ ਕੰਪਲੇਂਟ ਕਰੋ, ਅਸੀਂ ਸਵੇਰੇ ਜਿਹੜੇ ਇਸ ਉੱਤੇ ਗੱਲ ਕਰਾਂਗੇ। ਸਾਡੇ ਬੰਦਿਆਂ ਨੇ ਕੋਈ ਡਰਿੰਕ ਨਹੀਂ ਕੀਤੀ ਹੋਈ, ਇਹਨਾਂ ਨੇ ਕੋਈ ਗੇੜੀ
नहीं मारी हुई, ये तो किसी अपने रिश्तेदार ਨੂੰ ਛੱਡਣ ਦੇ ਲਈ ਗਏ ਸੀਗੇ। ਫਿਰ ਜਦੋਂ ਸਟੂਡੈਂਟਸ ਨੇ ਉੱਥੇ ਸਵਾਲ ਖੜਾ ਕੀਤਾ, ਕਿਉਂਕਿ ਸਟੂਡੈਂਟਸ ਦਾ ਇਕੱਠ ਕਾਫੀ ਉੱਥੇ ਹੋ ਚੁੱਕਿਆ ਸੀਗਾ, ਸਟੂਡੈਂਟ ਨੇ ਉੱਥੇ ਮਤਲਬ ਸਵਾਲ ਕੀਤਾ ਕਿ ਇੱਦਾਂ ਨੇ ਕਿਹੜਾ ਰਿਸ਼ਤੇਦਾਰ ਹੈ ਜਿਹਨੂੰ ਤੁਸੀਂ 7 ਤੋਂ 8 ਗੇੜਿਆਂ ਦੇ ਵਿੱਚ ਛੱਡਣ ਲਈ ਗਏ ਹੋ, ਕਿਉਂਕਿ ਉੱਥੇ ਜਿੰਨੇ ਆਮ ਸਟੂਡੈਂਟ ਖੜੇ ਸੀ ਸਾਰਿਆਂ ਨੇ ਉਹ ਗੱਲ ਨੋਟ ਕੀਤੀ ਸੀ ਤੇ ਸਾਰੇ ਉੱਥੇ ਇਕੱਠ ਦੇ ਵਿੱਚ ਖੜੇ ਹੋ ਗਏ। ਉਹਦੇ ਵਿੱਚ ਰਾਜੂ ਪ੍ਰਧਾਨ ਦੀ ਇੱਕੋ ਚੀਜ਼ ਸੀਗੀ ਵੀ ਆਪਾਂ ਮਾਫੀ ਨਹੀਂ ਮੰਗਣੀ ਹੈਗੀ, ਤੁਸੀਂ ਜੋ ਕਰਨਾ ਤੁਸੀਂ ਕਰ ਲਓ। ਉਹਦੇ ਵਿੱਚ ਵੀ ਸਟੂਡੈਂਟਸ ਨੇ ਜਦੋਂ ਜੋੜ ਪਾਇਆ, ਪਹਿਲਾਂ ਤੋਂ ਗੱਡੀ 'ਚ ਬੈਠਾ ਰਿਹਾ ਲੜਕਾ ਜਿਹੜਾ ਗੇੜੀਆਂ ਮਾਰ ਰਿਹਾ ਸੀਗਾ ਆਸ਼ੂ ਚੌਧਰੀ, ਫਿਰ ਉਹ ਕਹਿੰਦੇ ਵੀ ਠੀਕ ਹੈ ਮੈਂ ਮਾਫੀ ਮੰਗਣ ਲਈ ਤਿਆਰ ਹਾਂ। ਉਹ ਗੱਡੀ ਵਿੱਚ ਉਤਰਿਆ, ਉਹਨੇ ਮਾਫੀ ਮੰਗੀ। ਸਟੂਡੈਂਟ ਕਹਿੰਦੇ ਕਿ ਸਾਰੀ ਘਟਨਾ ਜਿਹੜੀ ਲਾਇਬ੍ਰੇਰੀ ਦੇ ਸਾਹਮਣੇ ਹੋਈ ਹੈ, ਇਸ ਕਰਕੇ ਜਿਹੜੀ ਮਾਫੀ ਹੈ ਉਹ ਵੀ ਲਾਇਬ੍ਰੇਰੀ ਦੇ ਸਾਹਮਣੇ ਹੀ ਮੰਗਵਾਈ ਜਾਵੇਗੀ। ਉੱਥੋਂ ਮਾਰਚ ਕਰਦੇ ਹੋਏ ਸਾਰੇ ਵਿਦਿਆਰਥੀ ਜਿਹੜੇ ਆ ਲਾਇਬ੍ਰੇਰੀ ਦੇ ਕੋਲ ਆਉਂਦੇ ਨੇ ਤੇ ਉਹ ਮਾਫੀ ਮੰਗਣ ਲਈ ਤਿਆਰ ਹੁੰਦਾ ਹੈ। ਅਜੇ ਉਹ ਮਾਫੀ ਮੰਗਣ ਹੀ ਵਾਲਾ ਹੁੰਦਾ ਕਿ ਉਹਦੇ ਕੁਝ ਨਾਲ ਦੇ ਸਾਥੀ ਜਿਹੜੇ ਕਾਫੀ ਗੁੰਡਾ ਜੇ ਟਾਈਪ ਦੇ ਸੀ ਉਹਨੂੰ ਖਿੱਚ ਕੇ ਲੈ ਜਾਂਦੇ ਨੇ, ਜਿੱਥੋਂ ਥੋੜਾ ਮਸਲਾ ਜਿਹੜਾ ਮਤਲਬ ਗਰਮ ਹੁੰਦਾ ਹੈ, ਸਿਕਿਉਰਿਟੀ ਗਾਰਡ ਆਉਂਦੇ ਨੇ, ਬਟ ਉਸ ਤੋਂ ਬਾਅਦ ਜਿਹੜੀ ਆ ਗੱਲਬਾਤ ਦੇ ਥਰੂ ਜਿਹੜੀ ਆ ਮਾਫੀ ਤੱਕ ਗੱਲ ਮਤਲਬ ਖਤਮ ਹੋ ਜਾਂਦੀ ਹੈ ਕਿ ਜਿਹੜਾ ਉਹ ਮਾਫੀ ਮੰਗਣ ਲਈ ਤਿਆਰ ਹੋ ਜਾਂਦਾ ਹੈ ਤੇ ਮਾਫੀ ਮੰਗਣ ਦੇ ਨਾਲ ਹੀ ਸਾਡੀ ਘਟਨਾ ਜਿਹੜੀ ਉੱਥੇ ਖਤਮ ਹੋ ਜਾਂਦੀ ਹੈ। ਤੇ ਉਹਦੇ ਵੱਲੋਂ ਮਤਲਬ ਬਾਅਦ 'ਚ ਜਿਹੜੀ ਆ PRS ਜਥੇਬੰਦੀ ਜਿਹੜੀ ਸਾਡੀ ਜਥੇਬੰਦੀ ਆ ਉਹਦੇ ਵੱਲੋਂ ਇੱਕ ਪੋਸਟ ਸਿੰਪਲੀ ਪੋਸਟ ਪਾਈ ਜਾਂਦੀ ਹੈ ਕਿ ਰਾਤ ਨੂੰ 10-11 ਦੇ ਵਿੱਚ ਆ ਜਿਹੜੀ ਘਟਨਾ ਹੋਈ ਸੀਗੀ, ਇਹ 'ਚ ਮਤਲਬ ਗੱਡੀ 'ਤੇ ਸਟicker ਲੱਗਾ ਹੋਇਆ ਸੀ, ਇੰਪਲੋਇਜ਼ ਦੀ ਗੱਡੀ ਸੀਗੀ, ਉਹਦੇ ਵਿੱਚ ਕੁਝ ਜਿਹੜੇ ਲੜਕੇ ਨੇ ਸ਼ਰਾਬ ਪੀ ਕੇ ਤੇ ਮਤਲਬ ਕੁੜੀਆਂ ਨੂੰ ਕਮੈਂਟਬਾਜ਼ੀ ਕਰ ਰਹੇ ਸੀਗੇ ਤੇ ਉਹਨਾਂ ਨੂੰ ਰੋਕਿਆ ਗਿਆ। ਇਹ ਸਿੰਪਲੀ ਇੱਕ ਪੋਸਟ ਪਾਈ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਦਾ ਕੋਈ ਨਾਮ ਮੈਂਸ਼ਨ ਨਹੀਂ ਕੀਤਾ ਗਿਆ, ਨਾ ਉਹਨਾਂ ਬਾਰੇ ਕੋਈ ਡਿਟੇਲ ਦਿੱਤੀ ਗਈ ਆ। ਇੱਕ ਜਿਹੜੀ ਜਰਨਲੀ ਪੋਸਟ ਜਿਹੜੀ ਆਮ ਜਥੇਬੰਦੀਆਂ ਪਾਉਂਦੇ ਨੇ ਉਸ ਟਾਈਪ ਦੀ ਇੱਕ ਪੋਸਟ ਸੀਗੀ ਤੇ ਬਸ ਇੰਨੀ ਘਟਨਾ ਉਸ ਰਾਤ ਜਿਹੜੀ 7 ਵਜੇ ਹੋਈ ਸੀਗੀ, ਮਤਲਬ 7 ਮਈ ਨੂੰ ਹੋਈ ਸੀਗੀ। ਜਿਸ ਤਰ੍ਹਾਂ ਤੁਹਾਡੇ ਸਾਥੀ ਨੇ ਦੱਸਿਆ ਵੀ ਸਾਰੀ ਘਟਨਾ ਦਾ ਜ਼ਿਕਰ ਕੀਤਾ ਵੀ ਉੱਥੇ ਸ਼ਰਾਬ ਪੀਂਦੇ ਨੇ, ਅਕਸਰ ਚੀਜ਼ਾਂ ਹੁੰਦੀਆਂ ਨੇ ਯੂਨੀਵਰਸਿਟੀ ਦੇ ਵਿੱਚ, ਸ਼ਰਾਬ ਪੀ ਕੇ ਗੇੜੀਆਂ ਵੱਜਦੀਆਂ ਨੇ ਗੱਡੀਆਂ 'ਚ। ਸਰ ਇਹ ਤਾਂ ਮਾਹੌਲ ਹੈਗਾ ਹੀ ਆ ਥੋੜਾ ਯੂਨੀਵਰਸਿਟੀ ਦੇ ਵਿੱਚ। ਅਕਸਰ ਤੁਸੀਂ ਉਸ ਗੱਡੀ ਦੀ ਪਹਿਲਾਂ ਵੀ ਕੰਪਲੇਂਟ ਹੋ ਚੁੱਕੀ ਆ, ਜਿਵੇਂ ਸਾਨੂੰ ਇਹ ਸਿਕਿਉਰਿਟੀ ਅਫਸਰ ਤੋਂ ਹੀ ਪਤਾ ਲੱਗਿਆ ਵੀ ਉਸ ਗੱਡੀ ਦੀਆਂ ਪਹਿਲਾਂ ਵੀ 2-3 ਕੰਪਲੇਂਟਸ ਆਈਆਂ ਨੇ ਤੇ ਹੁੰਦਾ ਹੀ ਆ ਵੀ ਥੋੜਾ ਸ਼ਰਾਬ ਪੀ ਕੇ ਮੁੰਡੇ ਇੱਥੇ ਗੇੜੀਆਂ ਮਾਰਦੇ ਨੇ ਆਊਟਸਾਈਡਰ। ਅੱਛਾ, ਯੂਨੀਵਰਸਿਟੀ ਵਿੱਚ ਗੱਡੀ ਅਲਾਉਡ ਹੈਗੀ ਹੈ? ਕਿਉਂਕਿ ਆਮ ਵਿਅਕਤੀ ਤਾਂ ਯੂਨੀਵਰਸਿਟੀ ਜਾਂ ਵਿਦਿਆਰਥੀ ਗੱਡੀ ਲੈ ਕੇ ਨਹੀਂ ਜਾ ਸਕਦਾ, ਫਿਰ ਉਹ ਗੱਡੀਆਂ ਕਿਹੜੀਆਂ ਅਲਾਉਡ ਹੈਗੀਆਂ ਨੇ ਅੰਦਰ? ਜਿਵੇਂ ਆਮ ਵਿਦਿਆਰਥੀਆਂ ਦੀਆਂ ਗੱਡੀਆਂ ਅਲਾਉਡ ਨਹੀਂ ਹੈਗੀਆਂ, ਗੱਡੀਆਂ ਇੱਥੇ ਆਉਂਦੀਆਂ ਨੇ ਇੰਪਲੋਇਜ਼ ਦੀਆਂ ਗੱਡੀਆਂ ਜਿਨ੍ਹਾਂ ਤੇ ਸਟicker ਲੱਗੇ ਹੁੰਦੇ ਆ PUP ਦਾ, ਉਹੀ ਗੱਡੀਆਂ ਨੇ। ਬਾਕੀ ਜਿਹੜੇ ਗੱਡੀਆਂ ਚਲਾਉਣ ਦੇ ਹੁੰਦੇ ਨੇ ਜਾਂ ਤਾਂ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਜਾਂ ਉਹਨਾਂ ਨੇ ਅੱਗੇ ਕਿਸੇ ਨੂੰ ਦਿੱਤੀਆਂ ਹੁੰਦੀਆਂ ਨੇ, ਉਹੀ ਗੱਡੀਆਂ ਚੱਲਦੀਆਂ ਨੇ ਇੱਥੇ। ਬਾਕੀ ਇਸ ਤੋਂ ਬਿਨਾਂ ਜਾਂ ਕਿਸੇ ਦੀ ਸਿਫਾਰਿਸ਼ ਤੇ ਕੋਈ ਗੱਡੀ ਆ ਗਈ ਤਾਂ ਇਹੋ ਜਿਹੀਆਂ ਗੱਡੀਆਂ ਵੀ ਮਿਲਦੀਆਂ ਨੇ ਯੂਨੀਵਰਸਿਟੀ 'ਚ। ਯੂਨੀਵਰਸਿਟੀ ਦੇ ਵਿੱਚ ਕੋਈ ਗੱਡੀ ਚੱਲਦੀ ਪਈ ਹੈ, ਫਿਰ ਜ਼ਿੰਮੇਵਾਰ ਕੌਣ ਹੈ? ਜੇ PU ਦਾ ਸਟicker ਲੱਗਿਆ ਹੁੰਦਾ ਪਿੱਛੇ, ਉਸ ਤੋਂ ਬਾਅਦ ਜੇ ਗੱਡੀ ਐਂਟਰ ਕਰ ਜਾਂਦੀ ਹੈ, ਫਿਰ ਤੁਸੀਂ ਗੱਲ ਰੱਖੀ VC ਨੂੰ, ਗੱਲ ਰੱਖੀ ਯੂਨੀਵਰਸਿਟੀ ਬਾਕੀ ਨੁਮਾਇੰਦੇ ਨਾਲ ਗੱਲ ਕੀਤੀ ਹੈ ਵੀ ਇਹ ਜ਼ਿੰਮੇਵਾਰ ਕੌਣ ਹੈ, ਚਾਹੇ ਕੋਈ ਵੀ ਗੱਡੀ ਲੈ ਕੇ ਜਾਂਦਾ ਹੈ? ਜਿਵੇਂ ਸਰ ਅਸੀਂ VC ਸਾਹਮਣੇ ਇਹੀ ਗੱਲ ਰੱਖੀ ਆ ਵੀ ਜਿਹੜੀਆਂ ਇੰਪਲੋਇਜ਼ ਦੀਆਂ ਗੱਡੀਆਂ ਨੇ ਉਹਨਾਂ ਦਾ ਇੱਕ ਸਪੈਸੀਫਿਕ ਰੂਟ ਹੋਣਾ ਚਾਹੀਦਾ। ਪੂਰੀ ਯੂਨੀਵਰਸਿਟੀ ਦੇ ਵਿੱਚ ਤਾਂ ਲੋੜ ਹੈ ਨਹੀਂ, ਉਧਰ ਕੁਆਟਰਸ ਨੇ ਵੀ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਕ ਸਪੈਸੀਫਿਕ ਰੋਡ ਹੋਵੇ ਜਿਸ ਰੋਡ ਦੀ ਬੈਰੀਗੇਟਿੰਗ ਹੋਵੇ ਤੇ ਉਸ ਰੋਡ ਤੋਂ ਉਹਨਾਂ ਦੀਆਂ ਗੱਡੀਆਂ ਆ ਜਾ ਸਕਦੀਆਂ ਨੇ। ਵੀ ਬਾਕੀ ਥਾਵਾਂ ਤੇ ਗੇੜੀਆਂ ਲਾਉਣ ਦਾ ਕੋਈ ਮਤਲਬ ਨਹੀਂ ਹੈਗਾ। ਹੁਣ ਦੇਖੋ ਇੱਧਰ ਮੁੰਡਿਆਂ ਵਾਲੇ ਹੋਸਟਲ ਵੱਲ ਕੋਈ ਮਤਲਬ ਨਹੀਂ, ਕੁੜੀਆਂ ਦੇ ਹੋਸਟਲ ਵੱਲ ਕੋਈ ਮਤਲਬ ਨਹੀਂ, ਤੇ ਕੁੜੀਆਂ ਦੇ ਹੋਸਟਲ ਵੱਲ ਅਕਸਰ ਗੱਡੀਆਂ ਦੇਖੀਆਂ ਜਾਂਦੀਆਂ ਨੇ ਰਾਤ ਨੂੰ। ਮਤਲਬ ਜਿਵੇਂ ਅਸੀਂ ਹੋਸਟਲਾਂ 'ਚ ਰਹਿੰਦੇ ਆ ਤਾਂ ਕੂਕਾਂ ਤਾਂ ਆਮ ਹੀ ਸੁਣਦੀਆਂ ਨੇ। 11 ਵਜੇ ਤੋਂ ਬਾਅਦ ਬੈਰੀਗੇਟਿੰਗ ਜਦੋਂ ਹਟਾ ਦਿੱਤੀ ਜਾਂਦੀ ਆ ਤਾਂ ਸਾਨੂੰ ਅੰਦਰ ਸਾਫ਼ ਸੁਣਦਾ ਹੁੰਦਾ ਕੂਕਾਂ, ਮਤਲਬ ਗਾਲੀ ਗਲੋਚ ਵੀ ਹੁੰਦੀ ਆ ਕਈ ਵਾਰ ਤਾਂ, ਮਤਲਬ ਉੱਥੇ ਖੜ ਕੇ ਹੋਸਟਲ ਬਾਹਰ ਬਹੁਤ ਕੁਛ ਕਰਦੇ ਨੇ। ਤੁਸੀਂ ਹੁਣ ਯੂਨੀਵਰਸਿਟੀ ਵਿਦਿਆਰਥੀ ਹੈਗੇ ਹੋ, ਤੁਹਾਨੂੰ ਕਿੱਦਾਂ ਲੱਗਦਾ ਵੀ ਤੁਹਾਡੇ ਸਾਥੀ ਜਿਸ ਤਰੀਕੇ ਨਾਲ ਦੱਸਿਆ ਵੀ ਹੂਟਿੰਗ ਹੁੰਦੀ ਜਾਂ ਲਗਾਤਾਰ ਹੀ ਇੱਥੇ ਸ਼ਰਾਬ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ, ਤੇ ਇਹ VC ਨੂੰ ਗੱਲ ਰੱਖੀ, ਤੁਸੀਂ ਜਾ ਕੇ ਮੀਟਿੰਗਾਂ ਹੋਈਆਂ ਤੁਹਾਡੀਆਂ? ਇਹ ਤਾਂ ਚਲੋ ਹੁਣ 8 ਤਰੀਕ ਦੀ ਗੱਲ ਹੈਗੀ, ਉਸ ਤੋਂ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਰਹੀਆਂ ਨੇ? ਉਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਤਾਂ ਜਿਹੜੇ ਉਹ VC ਹੈ ਨਹੀਂ ਸੀਗੇ, ਜਿਹੜੇ ਪਿਛਲੇ VC ਉਹਨਾਂ ਦੇ ਵੀ ਧਿਆਨ ਦੇ ਵਿੱਚ ਇਹ ਚੀਜ਼ਾਂ ਲਿਆਂਦੀਆਂ ਗਈਆਂ ਨੇ। ਵਾਰ-ਵਾਰ ਅਸੀਂ ਸਿਕਿਉਰਿਟੀ ਦੇ ਥਰੂ ਉਹਨਾਂ ਦੇ ਧਿਆਨ 'ਚ ਚੀਜ਼ਾਂ ਲਿਆਉਂਦੇ ਰਹਾਂਗੇ, ਪਰ ਉਹਨਾਂ ਵੱਲੋਂ ਜਿਹੜਾ ਸਟ੍ਰਿਕਟ ਐਕਸ਼ਨ ਜਿਹੜਾ ਲੈਣਾ ਸੀਗਾ ਉਹ ਨਹੀਂ ਲਿਆ ਗਿਆ। ਜਿਹੜੀਆਂ ਹੁਣ ਗੱਡੀਆਂ ਅੰਦਰ ਜਿਹੜੀਆਂ ਐਂਟਰ ਹੋ ਰਹੀਆਂ ਨੇਗੀਆਂ, ਦੇਖੋ ਜਿਹੜੀ ਇਹ ਘਟਨਾ ਗਈ ਹੁਣ ਇਹ ਸਟicker ਵਾਲੀ ਗੱਡੀਆਂ ਨਾਲ ਹੋਈ ਹੈਗੀ। ਇਹਦਾ ਮਤਲਬ ਕੀ ਹੈਗਾ ਕਿ ਜਿਹੜੇ ਅੰਦਰ ਕੁਛ ਲੋਕ ਨੇ ਜਿਹੜੇ ਇੰਪਲਾਈਜ਼ ਨੇਗੇ ਅੰਦਰ ਦੇ, ਠੀਕ ਹੈ, ਜਾਂ ਬਾਹਰੋਂ ਕੁਛ ਸਿਫਾਰਸ਼ਾਂ ਦੇ ਨਾਲ ਜਿਹੜੇ ਸਟicker ਜਿਹੜੇ ਉਹਨੂੰ ਦਿੱਤੇ ਜਾਂਦੇ ਨੇਗੇ, ਉਹ ਇਹ ਚੀਜ਼ਾਂ ਕਰਦੇ ਨੇ। ਤੇ ਹੁਣ ਜਿਹੜੇ ਹੁਣ ਨਵੇਂ VC ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਗਾ ਕਿ ਉਹ ਉਹਨਾਂ ਵੱਲੋਂ ਸਾਨੂੰ ਵਿਸ਼ਵਾਸ ਵੀ ਦਵਾਇਆ ਗਿਆ ਕਿ ਇਹਦੇ 'ਤੇ ਸਖਤ ਐਕਸ਼ਨ ਲਿਆ ਜਾਊਗਾ। ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈਗੀ ਕਿ ਜਿਵੇਂ ਸਾਥੀਆਂ ਨੇ ਦੱਸਿਆ ਹੈਗਾ ਕਿ ਜਿਹੜੀ ਗੱਡੀਆਂ ਨੇ ਇੰਪਲਾਈਜ਼ ਦੀਆਂ, ਉਹਨਾਂ ਦਾ ਇੱਕ ਸਪੈਸੀਫਿਕ ਜਿਹੜਾ ਰੂਟ ਹੋਵੇ,
ਉਹ ਜਿਹੜਾ ਵਿਦਿਆਰਥੀਆਂ ਦੇ ਵਿਚਰਨ ਵਾਲਾ ਮਾਹੌਲ ਹੈ, ਜਿਵੇਂ ਲਾਇਬ੍ਰੇਰੀ ਹੋ ਗਈ, ਗਰਲਜ਼ ਹੋਸਟਲ ਹੋ ਗਏ, ਬॉयਜ਼ ਹੋਸਟਲ ਹੋ ਗਏ, ਉਹਨਾਂ ਦੇ ਅੱਗੇ ਜਿਹੜੀਆਂ ਗੱਡੀਆਂ ਦਾ ਕੋਈ ਕੰਮ ਨਹੀਂ ਹੈਗਾ। ਮੰਨ ਲਓ ਹੁਣ ਜਿਹੜੇ ਕੁਆਟਰਸ ਨੇ, ਜਿਹੜੇ ਇੰਪਲਾਈਜ਼ ਦੇ ਕੁਆਟਰ ਨੇ, ਉਹ ਇੱਕ ਸਾਈਡ ਦੇ ਉੱਤੇ ਨੇਗੇ, ਤਾਂ ਉਹਨਾਂ ਦਾ ਜਿਹੜਾ ਰੂਟ ਹੋਣਾ ਉਹ ਵੀ ਇੱਕ ਸਾਈਡ ਤੋਂ ਹੀ ਹੋਣਾ ਚਾਹੀਦਾ ਹੈਗਾ। ਇਹ ਜਿਹੜੀ ਸਾਡੀ ਮੰਗ ਰੱਖੀ ਗਈ ਹੈ, ਅਤੇ ਇਹਦੇ 'ਤੇ ਵਾਈਸ ਚਾਂਸਲਰ ਨੇ ਸਾਨੂੰ ਭਰੋਸਾ ਦਿੱਤਾ ਗਾ ਕਿ ਇਹਦੇ 'ਤੇ ਜਲਦੀ ਹੀ ਜਿਹੜੀ ਆ ਉਹ ਇਹਦੇ ਐਕਸ਼ਨ ਲਿਆ ਜਾਊਗਾ, ਅਤੇ ਜਿਹੜਾ ਗੱਡੀਆਂ ਵਾਲਾ ਮਸਲਾ ਇਹਨੂੰ ਵੀ ਸੋਲਵ ਕੀਤਾ ਜਾਊਗਾ। ਹੁਣ ਘਟਨਾ ਦੇ ਆਉਂਦੇ ਆਪਾਂ, ਜਿਹੜੀ ਘਟਨਾ ਹੋਈ ਸੀ, ਜਿਵੇਂ ਵਿਦਿਆਰਥੀ ਨੇ ਕਿਹਾ ਕਿ ਮਾਫੀ ਉੱਥੇ ਮੰਗਣ ਲਈ ਆਉਣਾ ਸੀ, ਮਾਫੀ ਉਹ ਮੁੰਡਾ ਕਹਿ ਰਿਹਾ ਸੀ ਜੋ ਗੱਡੀ ਵਿੱਚ ਬੈਠਾ ਸੀ, ਲਗਾਤਾਰ ਗੇੜੀਆਂ ਲਗਾ ਰਿਹਾ ਸੀ ਵੀ ਠੀਕ ਹੈ ਮਾਫੀ ਮੰਗਣ ਨੂੰ ਤਿਆਰ ਹਾਂ। ਤਾਂ ਉਸ ਤੋਂ ਬਾਅਦ ਕੀ ਘਟਨਾ ਹੁੰਦੀ ਹੈ? ਉਸ ਤੋਂ ਬਾਅਦ ਤੁਸੀਂ ਇੱਕ ਪੋਸਟ ਪਾ ਦਿੰਦੇ ਹੋ, ਜਿਵੇਂ ਜ਼ਿਕਰ ਕਰਦੇ ਨੇ, ਇੱਕ ਪੋਸਟ ਪੈ ਜਾਂਦੀ, ਕਿਸੇ ਦਾ ਨਾਮ ਨਹੀਂ ਹੁੰਦਾ, ਕੋਈ ਗੱਡੀ ਦਾ ਨਾਮ ਨਹੀਂ ਹੁੰਦਾ, ਵੀ ਲਿਖਿਆ ਹੁੰਦਾ ਵੀ ਉਹਨਾਂ ਨੇ ਮਾਫੀ ਮੰਗੀ ਹੈ। ਤਾਂ ਉਸ ਤੋਂ ਬਾਅਦ ਫਿਰ ਸਾਰੀ ਘਟਨਾ ਕੀ ਹੁੰਦੀ ਹੈ? ਲੜਾਈ ਹੁੰਦੀ ਹੈ, ਵੀਡੀਓ ਬਣਦੀਆਂ ਨੇ ਯੂਨੀਵਰਸਿਟੀ ਦੇ ਵਿੱਚ, ਲਗਾਤਾਰ ਵਾਇਰਲ ਹੁੰਦੀਆਂ ਨੇ, ਮੀਡੀਆ ਦੀ ਵੀ ਸੁਰਖੀਆਂ ਬਣਦੀਆਂ ਨੇ। ਸਾਰੀ ਘਟਨਾ ਹੈ ਕੀ ਸੀ? ਜਿਵੇਂ ਜਿਹੜੀ ਉਹ ਘਟਨਾ ਵਾਪਰੀ ਉਸ ਰਾਤ ਮਾਫੀ ਵਾਲੀ, ਜਾਂ ਉਹ ਪੋਸਟ ਪਈ ਹੈ ਜਿਹੜੀ, ਮੈਂ PSU ਲਲਕਾਰ ਤੋਂ ਹਾਂ, ਤਾਂ ਸਾਡੇ ਵੱਲੋਂ ਇਤਰਾਜ਼ ਰੱਖਿਆ ਗਿਆ ਸੀਗਾ ਵੀ ਇਹਨੂੰ ਇਦਾਂ ਨਹੀਂ ਡੀਲ ਕਰ ਲੈਣਾ ਚਾਹੀਦਾ ਸੀਗਾ। ਜਿਹੜੀ ਪੂਰੀ ਦੀ ਪੂਰੀ ਸੀਗੀ, ਜਾਂ ਪੋਸਟ ਵਾਲਾ, ਜਾਂ ਸਾਰੀਆਂ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਸਮਝ ਆ ਇਹਦੇ 'ਤੇ। ਸਾਨੂੰ ਲੱਗਦਾ ਸੀ ਵੀ ਇਹਦੇ 'ਤੇ ਅਲੱਗ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ ਸੀਗਾ, ਪਰ ਜਿਵੇਂ ਕੁਝ ਵੀ ਕਹੀਏ ਆਪਾਂ, ਉਹ 'ਚ ਸਹੀ ਸੀ ਗਲਤ ਸੀਗਾ, ਉਹਦੇ ਬਦਲਦੇ ਰੂਪ ਦੇ ਵਿੱਚ ਅਗਲੇ ਦਿਨ ਵਿਦਿਆਰਥੀਆਂ 'ਤੇ ਅਟੈਕ ਕਰਨਾ, ਬਾਹਰੋਂ ਬੁਲਾ ਕੇ ਉਹਨਾਂ ਦੇ ਸਿਰ ਪਾੜਨੇ। ਇਹ ਕਿਉਂ ਹੋਇਆ? ਉਹ ਆਪਣੀ ਕਿਉਂ ਘਟਨਾ? ਵਿਦਿਆਰਥੀਆਂ ਦਾ ਅਟੈਕ ਕਿਉਂ ਹੋਇਆ? ਸਿਰ ਕਿਉਂ ਪਾਟੇ ਨੇ? ਉਹ ਪੋਸਟ ਨੂੰ ਲੈ ਕੇ ਸਾਰਾ ਕੀਤਾ ਗਿਆ। ਜਿਵੇਂ ਇਹਦੇ ਵਿੱਚ ਪੂਰੀ ਦੀ ਪੂਰੀ ਇੱਕ ਹਉਮੈ ਆ ਗਈ ਵੀ ਸਾਡੇ ਤੋਂ ਜੇ ਗਲਤੀ ਹੋ ਗਈ, ਸਾਡੇ ਤੋਂ ਮਾਫੀ ਕਿਉਂ ਮੰਗਾਈ ਜਾਗੀ ਆ। ਉਹ ਹਉਮੈ ਦੇ ਵਿੱਚ ਇੱਕ ਅਟੈਕ ਹੋਇਆ। ਜਿਵੇਂ ਇਦੋਂ ਪਹਿਲਾਂ ਵੀ ਗੱਲ, ਜਿਵੇਂ ਪਤਾ ਲੱਗੀ ਹੈ ਗੱਲ, ਵੀ ਉਹ ਲਗਾਤਾਰ ਜਿਹੜੇ ਕਹਿ ਰਹੇ ਸੀਗੇ ਵੀ ਜਿਸ ਤਰੀਕੇ ਨਾਲ ਰਾਤ ਨਜਿੱਠੇ ਆ ਅਸੀਂ ਉਵੇਂ ਕਰਾਂਗੇ। ਜੇ ਉਹਨਾਂ ਨੂੰ ਗੱਲ ਕਰੀਏ, ਹੁਣ ਜਿਹੜਾ ਇੱਥੇ ਰਾਜੂ ਪ੍ਰਧਾਨ ਆ, ਉਹ ਸਾਨੂੰ ਸਾਰਿਆਂ ਨੂੰ ਜਾਣਦਾ, ਸਾਰੀ ਜਥੇਬੰਦੀਆਂ ਵਾਲਿਆਂ ਨੂੰ ਜਾਣਦਾ। ਜੇ ਇੱਕ ਜਥੇਬੰਦੀ ਨਾਲ ਕੋਈ ਉਹਨਾਂ ਦਾ ਹੈਗਾ ਸੀਗਾ, ਕੁਝ ਕਨਫਲਿਕਟ ਖੜੇ ਹੋਇਆ, ਤਾਂ ਬਾਕੀਆਂ ਕੋਲੋਂ ਸੰਪਰਕ ਕਰ ਸਕਦੇ ਸੀਗੇ, ਸੰਪਰਕ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਸੀਗੇ। ਅਸੀਂ ਦੇਖ ਕੇ ਵੀ ਕਿਸ ਤਰੀਕੇ ਦਾ ਹੈਗਾ, ਕਿਉਂਕਿ ਲਗਾਤਾਰ ਉਹਨਾਂ ਨਾਲ ਵੀ ਡੀਲਿੰਗ ਆ। ਉਹ ਅਲੱਗ-ਅਲੱਗ ਮਸਲਿਆਂ ਉੱਤੇ, ਮੁਲਾਜ਼ਮਾਂ ਦੇ ਮਸਲਿਆਂ ਦੇ ਉੱਤੇ ਲੜਦੇ ਰਹਿੰਦੇ ਨੇ, ਜਾਂ ਅਲੱਗ-ਅਲੱਗ ਹੋਰ ਜਥੇਬੰਦੀਆਂ ਜਿਹੜੇ ਮੁਲਾਜ਼ਮਾਂ ਦੀ ਲੜਦੀਆਂ ਰਹਿੰਦੀਆਂ ਨੇਗੀਆਂ। ਅਸੀਂ ਇੱਕ ਦੂਜੇ ਦੇ ਪ੍ਰੋਗਰਾਮਾਂ 'ਚ ਜਾ ਕੇ ਇੱਕ ਦੂਜੇ ਦੀ ਹਮਾਇਤ ਵੀ ਕਰਦੇ ਰਹਿੰਦੇ ਹੈਗੇ। ਇਸ ਤਰੀਕੇ ਦਾ ਇੱਕ ਮੇਲ ਮਿਲਾਪ ਸੀਗਾ। ਜੇ ਇਦਾਂ ਹੀ ਸੀਗਾ ਤਾਂ ਜੇ ਉਹ ਸੱਚੀ ਕੋਈ ਗੱਲ ਕਰਨਾ ਚਾਹੁੰਦਾ ਸੀ ਤਾਂ ਬਾਕੀ ਜਥੇਬੰਦੀਆਂ ਨੂੰ ਵਿੱਚ ਪਾ ਕੇ ਉਹ ਮਸਲੇ ਨੂੰ ਇੱਕ ਢੰਗ ਨਾਲ ਨਜਿੱਠਿਆ ਜਾ ਸਕਦਾ ਸੀ। ਪਰ ਇਹ 'ਚ ਮਨਸ਼ਾ ਇੱਕ ਹੋਰ ਤਰੀਕੇ ਦੀ ਆਈ ਸੀ ਕਿ ਦਹਿਸ਼ਤ ਪਾਉਣ ਵਾਲੀ ਮਨਸ਼ਾ 'ਚੋਂ ਆਏ ਸੀਗੇ, ਇੱਕ ਲੜਨ ਦੀ ਮਨਸ਼ਾ 'ਚੋਂ ਆਏ ਸੀਗੇ ਪਹਿਲਾਂ ਹੀ, ਜਿਵੇਂ ਉੱਥੇ ਇਕੱਠ ਕਰ ਲੈਣਾ ਸਾਰੀ ਚੀਜ਼ ਦਾ। ਇਸ ਕਰਕੇ ਉਹਦੇ ਵਿੱਚੋਂ ਜਦੋਂ ਆਏ ਉਹ ਉੱਥੇ ਆ ਕੇ ਅਸੀਂ ਵੀ ਖੜ੍ਹੇ ਹਾਂ ਉੱਥੇ। ਸਾਨੂੰ ਇਹਨਾਂ ਜਿਵੇਂ PRSC ਵੱਲੋਂ ਸਾਨੂੰ ਸੱਦਿਆ ਗਿਆ ਵੀ ਆਹ ਮਸਲੇ ਦੇ ਉੱਤੇ 1:30 ਵਜੇ ਸਾਨੂੰ ਕਾਲ ਆਉਂਦੀ ਆ ਵੀ ਉਹ ਕਹਿ ਰਹੇ ਨੇ। ਅਸੀਂ ਕਿਹਾ ਵੀ ਆਪਾਂ ਡਾਇਰੈਕਟ ਜਾਣ ਦਾ ਮਤਲਬ ਨਹੀਂ ਬਣਦਾ, ਵੀ ਜੇ ਜਾਣਾਗਾ ਚਲੋ ਕੋਈ ਨਹੀਂ, ਅਸੀਂ ਆ ਜਾਵਾਂਗੇ, ਜਦੋਂ ਸਾਡੀ ਲੋੜ ਹੋਈ ਸਾਨੂੰ ਦੱਸ ਦਿਓ, ਵੀ ਆਪਾਂ ਜਾ ਕੇ ਉਹਨਾਂ ਨਾਲ ਮਿਲ ਲਾਂਗੇ। ਪਰ ਉੱਥੇ ਫਿਰ ਇਹਨਾਂ ਨੇ ਕਿਹਾ ਵੀ ਵੱਡੀ ਗੱਲ ਤਾਂ ਇਹ 'ਚ ਵੀ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਆ ਉਹਨੂੰ ਦੱਸਿਆ ਜਾਵੇ ਵੀ ਇਸ ਤਰੀਕੇ ਦੀ ਘਟਨਾ ਵਾਪਰੀ ਰਾਤ ਵਾਲੀ, ਵੀ ਤੁਸੀਂ ਆਓ, ਜੇ ਕੋਈ ਗੱਲ ਕਰਨੀ ਹੈ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਆਪਾਂ ਗੱਲ ਕਰਕੇ ਕਿੱਥੇ ਕੀ ਮਸਲਾ ਹੁੰਦਾ ਉੱਥੇ ਆਪਾਂ ਇਹਦਾ ਹੱਲ ਕਰ ਸਕਦੇ ਹਾਂਗੇ। ਪਰ ਨਾ ਉੱਧਰੋਂ ਕੋਈ ਫੋਨ ਆਉਂਦਾ, ਨਾ ਉੱਧਰੋਂ ਪ੍ਰਸ਼ਾਸਨ ਵੱਲੋਂ ਕੋਈ ਫੋਨ ਆਉਂਦਾ। ਜਿਹੜੀ ਸਾਡੇ ਤੱਕ PRSC ਵੱਲੋਂ ਜਾਣਕਾਰੀ ਆ ਵੀ ਦੋਨੋਂ ਤਰਫ ਤੋਂ ਸਾਨੂੰ ਕੋਈ ਫੋਨ ਨਹੀਂ ਆਇਆ ਹੈਗਾ ਵੀ ਅਸੀਂ ਇਹਦੇ 'ਤੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਫਿਰ 5-5:30 ਵਜੇ ਸਾਨੂੰ ਵੀ ਕਾਲ ਆਉਂਦੀ ਆ ਵੀ ਇਹਦੇ 'ਤੇ ਮੀਟਿੰਗ ਕਰ ਲਈ ਜਾਵੇ। ਇਹਦੇ ਉੱਤੇ ਫਿਰ ਜਿਵੇਂ ਅਸੀਂ ਗੱਲ ਕੀਤੀ ਮਾਫੀ ਵਾਲੀ ਘਟਨਾ ਦੇ ਉੱਤੇ ਜੋ ਪੋਸਟ ਪਾਈ ਸੀ, ਹਾਂ ਵੀ ਉਹਦੇ ਉੱਤੇ, ਕਿਉਂਕਿ ਇਕੱਠੇ ਹੋਏ ਸਵੇਰ ਦੇ ਉੱਤੋਂ, ਜਿਵੇਂ ਗੱਲ ਕਰ ਰਹੇ ਆ DS ਵਾਲੇ ਸਾਥੀ ਗੱਲ ਕਰ ਰਹੇ ਆ ਵੀ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੌਣ ਆ, ਤੁਹਾਡੇ ਨਾਲ ਉਵੇਂ ਨਜਿੱਠਾਂਗੇ ਅਸੀਂ। ਮਤਲਬ ਇਹਦੇ ਉੱਤੇ ਇਹ ਸੀਗਾ ਵੀ ਸਾਰੀਆਂ ਜਥੇਬੰਦੀਆਂ ਨੂੰ, ਜਿਹੜੀ ਰਾਤ ਮੌਜੂਦ ਵੀ ਸੀ, ਇਸ ਤੋਂ ਇਹਨਾਂ ਵਿਦਿਆਰਥੀ ਜਥੇਬੰਦੀਆਂ ਨੂੰ ਮਿਲ ਕੇ ਆਪਾਂ ਇਹਦੇ ਉੱਤੇ ਕੋਈ ਇੱਕ ਪੱਕੀ ਸਮਝ ਬਣਾ ਕੇ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਆ। ਇੰਨੇ ਵਿੱਚ ਇਹ ਗੱਲ ਚੱਲੇ ਰਹੀ ਸੀਗੀ, ਉੱਥੇ ਜਾ ਕੇ ਉਹ ਹੂਟਿੰਗ ਹੁੰਦੀ ਆ, ਉੱਥੇ ਜਾ ਕੇ ਉਹ ਸਾਰਾ ਝਗੜੇ ਦਾ ਮਾਹੌਲ ਬਣਦਾ, ਉਹਦੇ ਉੱਤੇ ਤੂੰ ਮੈਂ ਚੱਲਦੀ ਹੈਗੀ। ਉਦੋਂ ਬਾਅਦ 'ਚ ਫਿਰ ਸਾਰੀ ਘਟਨਾ ਇੱਦਾਂ ਚੱਲਦੀ ਹੈ ਵੀ ਤੁਸੀਂ ਕੁੜੀਆਂ ਹੋਸਟਲ ਦੇ ਵਿੱਚ, ਜੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਪੜ੍ਹਨ ਆਉਂਦੇ ਹੋਗੇ, ਤੁਹਾਨੂੰ ਬਾਹਰ ਆਉਣ ਦਾ ਕਿਹਨੇ ਹੱਕ ਦਿੱਤਾ? ਤੁਸੀਂ ਅੰਦਰ ਹੀ ਬੈਠੇ ਰਹੋ, ਇੱਥੇ ਤੁਸੀਂ ਬਾਹਰ ਆਓਗੇ, ਤੁਸੀਂ ਐਂ ਕਰਾਂਗੇ, ਅਸੀਂ ਛੇੜਾਂਗੇ। ਉਹੀ ਵਿਅਕਤੀ ਸੀ ਜੋ ਰਾਤ ਨੂੰ ਗੱਡੀ ਦੀ ਹੂਟਿੰਗ ਕਰਦੇ ਨੇ, ਇਹ ਉਹੀ ਵਿਅਕਤੀ ਅਗਲੇ ਦਿਨ ਤੁਹਾਨੂੰ 8 ਤਰੀਕ ਨੂੰ ਕਹਿੰਦੇ ਨੇ। ਇਹ ਉਹ ਵਿਅਕਤੀ ਨੇ, ਉਹਦੇ ਨਾਲ ਜਿਹੜੇ ਹੋਰ ਆਏ ਨੇਗੇ। ਰਾਤ ਵਾਲਾ ਜਿਹੜਾ ਸੀਗਾ ਉਸ ਤੋਂ ਬਿਨਾਂ ਮਾਈਕ ਦੇ ਉੱਤੇ ਬੋਲਦੇ ਆ, ਉਹ ਵਿਅਕਤੀ ਸੀਗੇ। ਅਲੱਗ-ਅਲੱਗ ਵਿਅਕਤੀ ਜਿਹੜੇ ਉਹਨਾਂ ਨੇ ਮੂਹਰੇ ਲੈ ਕੇ ਆਏ, ਉਹਨਾਂ ਨੇ ਫਿਰ ਵਾਰੀ-ਵਾਰੀ ਮਾਈਕ ਫੜ ਕੇ ਇਹ ਗੱਲਾਂ ਕਹੀਆਂ ਨੇਗੀਆਂ ਅਗਲੇ ਦਿਨ। ਅੱਛਾ, ਯੂਨੀਵਰਸਿਟੀ ਜਿਸ ਤਰੀਕੇ ਨਾਲ ਦੱਸੀ ਹੈ ਗੱਲ ਸਾਰੀ ਇਹਨਾਂ ਨੇ ਕਿ ਯੂਨੀਵਰਸਿਟੀ ਦੇ ਇਹ ਸਾਰੇ ਉਹ ਵਿਦਿਆਰਥੀ ਸਨ ਜੋ ਹੂਟਿੰਗ ਦੀ ਗੱਲ ਕਰ ਲਓ, ਜਾਂ ਅਗਲੇ ਦਿਨ ਜੋ 8 ਮਈ ਨੂੰ ਲਗਾਤਾਰ ਘਟਨਾ ਵਾਪਰਦੀ ਹੈ, ਉਸ ਦੇਖਿਆ ਵੀ ਕਈ ਵਿਦਿਆਰਥੀ ਨੂੰ ਸੱਟਾਂ ਵੀ ਲੱਗਦੀਆਂ ਨੇ, ਆਊਟ ਵੀ ਕਈ ਆਏ ਸੀ, ਬਾਹਰੋਂ ਵੀ ਬੰਦੇ ਆਏ ਸੀ। ਉਹਨਾਂ ਦੂਜੀ ਧਿਰ ਵੱਲੋਂ ਮੇਨ ਰਾਜੂ ਪ੍ਰਧਾਨ ਜਿਹੜਾ ਉਹਨਾਂ ਨੂੰ ਆਰਗੇਨਾਈਜ਼ ਕਰਕੇ ਲਿਆਇਆ ਸੀਗਾ। ਕੁਝ ਕੁ ਇੰਪਲੋਏ ਹੋਰ ਵੀ ਸੀਗੇ ਉਹਨਾਂ 'ਚੋਂ ਜਿਨ੍ਹਾਂ ਦੇ ਨਾਮ ਆਇਡੈਂਟੀਫਾਈਡ ਵੀ ਹੋਏ ਨੇ, FIR 'ਚ ਵੀ ਦਰਜ ਕਰਾਏ ਗਏ ਨੇ। ਬਾਕੀ ਉਹਨਾਂ ਨਾਲ 50 ਤੋਂ 60 ਬੰਦੇ ਸਾਰੇ ਹੀ ਆਊਟਸਾਈਡਰ ਸੀਗੇ, ਜਿਹੜੇ ਪ੍ਰੋਫੈਸ਼ਨਲ ਗੁੰਡੇ ਸੀਗੇ, ਜੋ ਇੱਥੇ ਆ ਕੇ ਲੜੇ ਨੇ, ਜਿਹੜੇ ਉੱਥੇ ਆ ਕੇ ਲੜੇ ਨੇ, ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਕੁੱਟਿਆ।
ਅੱਛਾ, ਗੱਲ ਵਧੀ ਕਿੱਥੋਂ ਸੀ? ਮੈਂ ਦੁਬਾਰਾ ਤੁਹਾਡੇ ਕੋਲ ਆਉਣਾ ਚਾਹਨਾ, ਉਹ ਸਾਰੀ ਗੱਲ ਵਧੀ ਕਿੱਥੋਂ ਹੈ? ਜੇ ਆਪਾਂ ਗੱਲ ਕਰੀਏ 8 ਤਰੀਕ ਦੀ, ਜਿਵੇਂ ਦੱਸਿਆ ਇਹਨਾਂ ਨੇ ਵੀ ਬੈਠ ਗਏ ਸੀ, ਅੱਗੇ ਆ ਕੇ ਅਗਲੇ ਦਿਨ ਕਹਿੰਦੇ ਸੀ ਤੁਸੀਂ ਪੋਸਟ ਕਿਉਂ ਪਾਈ ਹੈ, ਕਿ ਸਾਰਾ ਸੋਸ਼ਲ ਮੀਡੀਆ ਦਾ ਹੀ ਮਾਮਲਾ, ਕੋਈ ਪੋਸਟ ਪਾਤੀ ਉਸ ਤੋਂ ਬਾਅਦ ਜਾ ਕੇ ਰਿਐਕਟ ਕਰਨ ਲੱਗ ਪਏ ਵੀ ਤੁਸੀਂ ਕਿਉਂ ਪਾਈ ਹੈ? ਐਕਚੁਅਲੀ ਨਾ ਉਹਦੇ ਪਿੱਛੇ ਨਾ ਇੱਕ ਹਿਊਮੇ ਸੀ, ਕਿਉਂਕਿ ਜਿਹੜੀ ਰਾਤ ਗੱਡੀ ਰੋਕੀ ਗਈ ਉਹ ਕੁੜੀਆਂ ਦੁਆਰਾ ਰੋਕੀ ਗਈ ਸੀ। ਉਹਨਾਂ ਨੂੰ ਇਹ ਸੀਗਾ ਵੀ ਕੁੜੀਆਂ ਨੇ ਸਾਡੀ ਗੱਡੀ ਰੋਕੀ ਹੈ ਤੇ ਰਾਜੂ ਪ੍ਰਧਾਨ ਗੱਡੀ ਲਵਾ ਕੇ ਆਪਣੀ ਗੱਡੀ ਵਿੱਚ ਲੈ ਕੇ ਆਉਂਦੇ। ਜਿਹੜੀ ਸਾਨੂੰ ਲੱਗਦੀ ਉਹਦੇ ਪਿੱਛੇ ਮਾਨਸਿਕਤਾ ਇਹ ਸੀ ਕਿ ਮੈਂ ਇੱਥੋਂ ਦਾ ਪ੍ਰਧਾਨ ਆ, ਮੈਂ ਦੇਖਦਾ ਤੁਹਾਡੇ ਕੋਲ ਮਾਫੀ ਕੌਣ ਮੰਗਵਾਉਂਦਾ, ਪਰ ਸਟੂਡੈਂਟਸ ਦੀ ਸਟਰੈਂਥ ਦੇ ਕਰਕੇ, ਸਟੂਡੈਂਟ ਦੇ ਸਾਥ ਦੇ ਕਰਕੇ ਉਹ ਮਾਫੀ ਮੰਗਵਾ ਲਈ ਗਈ। ਤੇ ਉਹਦੇ ਕਰਕੇ ਜਿਹੜੀ ਉਹਦੀ ਹਿਊਮਨ ਜਿਹੜੀ ਉਹਨੂੰ ਸੱਟ ਵੱਜੀ, ਉਹਨੇ ਅਗਲੇ ਦਿਨ 8 ਤਰੀਕ ਦਾ ਜਿਹੜਾ ਇਨਸੀਡੈਂਟ ਉਹ ਕਰਵਾਇਆ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਮਤਲਬ ਸਟੂਡੈਂਟਸ ਨੂੰ ਰੋਕ ਕੇ, ਜਿਹੜੇ ਜਥੇਬੰਦੀਆਂ ਨਾਲ ਸੰਬੰਧਿਤ ਸੀਗੇ ਉਹਨਾਂ ਤੋਂ ਰੋਕ ਕੇ ਪੁੱਛਿਆ ਵੀ ਤੁਸੀਂ ਰਾਤ ਵਾਲੀ ਘਟਨਾ 'ਚ ਸੀਗੇ ਕਿ ਨਹੀਂ ਸੀਗੇ, ਕਿਉਂਕਿ ਮੈਂ ਖੁਦ ਉਸ ਰਾਤ ਵਾਲੀ ਘਟਨਾ ਦੇ ਵਿੱਚ ਸੀਗੀ। ਤੇ ਮੈਂ ਜਦੋਂ ਲਾਇਬ੍ਰੇਰੀ ਤੋਂ ਬਾਹਰ ਨਿਕਲੀ, ਇੱਥੇ ਸਾਹਮਣੇ ਹੀ ਜੂਸ ਕਾਰਨਰ ਤੋਂ 40 ਤੋਂ 50 ਜਣੇ ਬੈਠੇ ਸੀਗੇ। ਜਦੋਂ ਮੈਂ ਨਿਕਲੀ ਉਹਨਾਂ ਨੇ ਸਾਰਿਆਂ ਨੇ ਇਸ਼ਾਰਾ ਕੀਤਾ ਵੀ ਇਹ ਲੜਕੀ ਰਾਤ ਵਾਲੇ ਸ਼ਾਮ ਸੀ, ਬਟ ਮੈਂ ਬੀੜੀ ਵਿੱਚ ਚਲੀ ਗਈ ਕਿਉਂਕਿ ਮੈਂ ਚਾਹ ਪੀਣ ਲਈ ਜਾ ਰਹੀ ਸੀਗੀ। ਤੇ ਜਦੋਂ ਉਹਨੂੰ ਮੈਂ ਬੀੜੀ ਵਿੱਚ ਐਂਟਰ ਕੀਤੀਆਂ, 3-4 ਬੰਦੇ ਜਿਹੜੇ ਆ ਲਾਇਬ੍ਰੇਰੀ ਕੋਲ ਆਣਗੇ, ਪਰ ਮੇਰੇ ਨਾਲ ਮੇਰੇ ਦੋਸਤ ਜਿਹੜਾ ਸੀਗਾ ਉਹ ਬੀੜੀ ਵਿੱਚੋਂ ਬਾਹਰ, ਕਿਉਂਕਿ ਉਹ ਮੇਰੀ ਪਹਿਲਾਂ ਵੇਟ ਕਰ ਰਿਹਾ ਸੀਗਾ, ਉਹ ਮੇਰੇ ਨਾਲ ਬਾਹਰ ਆਇਆ, ਜਿਸ ਕਰਕੇ ਉਹਨਾਂ ਨੇ ਮੇਰੇ ਤੇ ਕੋਈ ਰਿਐਕਸ਼ਨ ਨਹੀਂ ਕੀਤਾ। ਉਹ ਸਾਈਡ ਤੇ ਹੋ ਕੇ ਖੜ ਗਏ ਤੇ ਮੈਂ ਵਾਪਸ ਲਾਇਬ੍ਰੇਰੀ ਚਲੀ ਗਈ। ਬਟ ਉਦੋਂ ਇਹ ਸੀਗਾ ਉਹਨਾਂ ਦਾ ਸਾਫ਼ ਪ੍ਰਦਰਸ਼ਨ ਸੀਗਾ ਵੀ ਆਪਾਂ ਕਿਸੇ ਨੂੰ ਫੜਨਾ ਹੈ, ਉੱਠਣਾ ਹੈ ਤੇ ਉਹਦੇ ਥਰੂ ਜਿਹੜਾ ਆਪਣਾ ਮੈਸੇਜ ਜਿਹੜਾ ਪਹੁੰਚਾਉਣਾ। ਤੇ ਜਿਹੜੀ ਗੱਲ ਹੋ ਰਹੀ ਹੈ ਕਿ ਇਹਨਾਂ ਨੇ ਬਾਰ-ਬਾਰ ਫੋਨ ਕੀਤੇ, ਉਹਨਾਂ ਸਿਰਫ ਇੱਕ ਵਾਰ ਫੋਨ ਕੀਤਾ ਸੀਗਾ PRS ਦੇ ਜਿਹੜੇ ਲੀਡਰ ਆ ਉਹਨੂੰ, ਵੀ ਅਸੀਂ ਤੁਹਾਡੇ ਨਾਲ, ਉਹਨਾਂ ਨਾਲ ਵੀ ਕਾਫੀ ਰੂਡਲੀ ਗੱਲ ਕੀਤੀ ਗਈ। ਤਾਂ ਉਹਦੇ 'ਚ ਕਿਹਾ ਗਿਆ ਕਿ ਵੀ ਅਸੀਂ ਤੁਹਾਨੂੰ ਮਿਲਣਾ ਇਸ ਪੋਸਟ 'ਤੇ, ਸਾਨੂੰ ਤੁਹਾਡਾ ਸਪਸ਼ਟੀਕਰਨ ਚਾਹੀਦਾ ਹੈ। ਤਾਂ ਉਹ ਇੱਥੇ ਨਹੀਂ ਸੀਗੇ ਕੱਲ੍ਹ। ਉਸ ਦਿਨ ਸਾਡਾ ਸੀਗਾ ਵੀ ਜਿਹੜਾ ਆਪਾਂ ਦੁਕਾਨਾਂ ਖੁਲਵਾਉਣ ਲਈ ਬਾਹਰ ਪ੍ਰੋਟੈਸਟ 'ਤੇ ਸੀਗੇ, ਸਾਰੇ ਬਿਜ਼ੀ ਸੀਗੇ। ਤਾਂ ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਕਹੀ ਸੀਗੀ ਵੀ ਠੀਕ ਹੈ ਵੀ ਅਸੀਂ ਤੁਹਾਨੂੰ ਮਿਲਾਂਗੇ, ਅਸੀਂ ਆਪਣਾ ਸਪਸ਼ਟੀਕਰਨ ਵੀ ਇਸ ਦੇ ਉੱਤੇ ਜ਼ਰੂਰ ਦੇਵਾਂਗੇ, ਬਟ ਫਿਲਹਾਲ ਸਾਡੇ ਕੋਲ ਟਾਈਮ ਨਹੀਂ ਹੈ। ਵੀ ਜਦੋਂ ਸਾਡੇ ਕੋਲ ਟਾਈਮ ਹੋਏਗਾ ਅਸੀਂ ਖੁਦ ਤੁਹਾਡੇ ਤੱਕ ਅਪਰੋਚ ਕਰਕੇ ਜਿਹੜਾ ਹੈ ਵੀ ਇਸ ਮਸਲੇ 'ਤੇ ਜਿਹੜੀ ਉਹ ਗੱਲਬਾਤ ਕਰ ਲਾਂਗੇ। तो कहते कि नहीं तुहाडे को सिर्फ 1-2 घंटा 1-2 घंटे दे विच सानू दसो कि असी मतलब तुहाडे तो स्पष्टीकरण चाहुंदे आ। तो ਉਹਦੇ ਵਿੱਚ ਸੀਗਾ ਵੀ ਬਾਅਦ 'ਚ ਨਾਲ ਦੀ ਨਾਲ ਜਿਹੜਾ ਸੀਗਾ ਸਿਕਿਉਰਿਟੀ ਆਫਿਸਰ ਨੂੰ ਇਨਫੋਰਮ ਕਰ ਦਿੱਤਾ ਗਿਆ ਸੀਗਾ ਵੀ ਇੱਦਾਂ ਸਾਨੂੰ ਫੋਨ ਆਇਆ ਹੈ ਤੇ ਇਹ ਗੱਲਬਾਤ ਹੈਗੀ ਹੈ। ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਕੋਈ ਰਿਸਪੌਂਸ ਜਿਹੜਾ ਨਹੀਂ ਆਇਆ। ਫਿਰ ਬਾਕੀ ਜਥੇਬੰਦੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਕਿ ਇਸ ਮਸਲੇ ਨੂੰ ਲੈ ਕੇ ਆਪਾਂ 6 ਵਜੇ ਮੀਟਿੰਗ ਕਰਦੇ ਹਾਂ। ਜੇ ਮੀਟਿੰਗ ਸੋਚ ਰਹੇ ਸੀਗੇ ਵੀ ਇਸ ਮਸਲੇ ਨੂੰ ਕਿੱਦਾਂ ਨਜਿੱਠਿਆ ਜਾ ਸਕਦਾ ਹੈ। ਉਸ ਤੋਂ ਪਹਿਲਾਂ ਹੀ ਉਹਨਾਂ ਨੇ 5:30 ਵਜੇ ਦੇ ਕਰੀਬ ਜਿਹੜੇ ਆ ਇਕੱਠ ਕਰਕੇ ਪਹਿਲਾਂ ਤਾਂ ਉਹ ਲਾਇਬ੍ਰੇਰੀ ਵਿੱਚ ਗਏ, ਰੀਡਿੰਗ ਰੂਮ 'ਚ ਜਾ ਕੇ ਉਹਨਾਂ ਨੇ ਸਟੂਡੈਂਟਸ ਨੂੰ ਮੈਸੇਜ ਦਿੱਤਾ ਕਿ ਸਾਡੀ ਬਾਹਰ ਆਣ ਕੇ ਗੱਲ ਸੁਣੋ, ਜਿਹੜਾ ਰਾਤ ਦਾ ਮਸਲਾ ਆ ਅਸੀਂ ਉਸ 'ਤੇ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ। ਸਪਸ਼ਟੀਕਰਨ ਦੇਣ ਦੀ ਜਗ੍ਹਾ 'ਤੇ ਉਹਨਾਂ ਜਦੋਂ ਸਟੂਡੈਂਟ ਸਾਰੇ ਇਕੱਠੇ ਹੋ ਜਾਂਦੇ ਆ, ਸਪੀਕਰ ਦੇ ਵਿੱਚੋਂ ਪਹਿਲਾਂ ਤਾਂ ਜਥੇਬੰਦੀਆਂ ਦੇ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ। ਇਨਫੈਕਟ ਕਿ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਰਾਤੀ ਜੇ ਕਿਹੜੀ ਜਥੇਬੰਦੀ ਨੇ ਗੱਡੀ ਰੋਕੀ ਹੈ। ਉਹ ਜਸਟ ਸਿੱਧਾ ਤੇ ਸਿੱਧਾ ਆਏ ਸੀ, ਆਪਣਾ ਗੁੰਡਾਗਰਦੀ ਕਰਨ ਦੇ ਲਈ ਆਏ ਸੀ, ਵਿਦਿਆਰਥੀਆਂ ਦੇ ਉੱਤੇ ਹਮਲਾ ਕਰਨ ਦੇ ਲਈ ਆਏ ਸੀ। ਪਹਿਲਾਂ ਕਿਸੇ ਹੋਰ ਜਥੇਬੰਦੀ ਦੇ ਨਾਂ ਦੇ, ਉਹ ਜਥੇਬੰਦੀ ਜਿਹੜੀ ਉਸ ਵਿੱਚ ਸ਼ਾਮਲ ਵੀ ਨਹੀਂ ਸੀਗੀ, ਉਹਦੇ ਮੁਰਦਾਬਾਦ ਦੇ ਨਾਅਰੇ ਲਾ ਰਹੇ ਸੀਗੇ। ਫਿਰ ਵਿੱਚੋਂ ਕਿਸੇ ਨੇ ਕਿਹਾ ਵੀ ਇਹ ਜਥੇਬੰਦੀ ਨਹੀਂ ਸੀ, ਆਹ ਜਥੇਬੰਦੀ ਹੈ। ਫਿਰ ਉਹਨਾਂ ਨੇ ਉਸ ਜਥੇਬੰਦੀ ਦੇ ਜਿਹੜੇ ਮੁਰਦਾਬਾਦ ਦੇ ਨਾਅਰੇ ਸ਼ੁਰੂ ਕੀਤੇ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਵਿਦਿਆਰਥੀਆਂ ਵੱਲੋਂ ਇਸ ਸੰਬੰਧੀ ਕੋਈ ਰਿਐਕਸ਼ਨ ਨਹੀਂ ਹੋਇਆ, ਜਿਹੜੇ ਮਤਲਬ ਜਥੇਬੰਦੀ ਵਾਲੇ ਖੜੇ ਸੀ ਉਹ ਵੀ ਉਹਨਾਂ ਦੀ ਗੱਲ ਧਿਆਨ ਨਾਲ ਸੁਣ ਰਹੇ ਸੀਗੇ। ਆਪਾਂ ਨੂੰ ਇਹ ਸੀਗਾ ਵੀ ਆਪਾਂ ਉਸ ਮਸਲੇ ਦਾ ਹੱਲ ਜਿਹੜਾ ਹੈ ਵੀ ਬੋਲ ਚਾਲ ਦੇ ਵਿੱਚ ਕਰਾਂਗੇ, ਆਪਸੀ ਸਾਂਝ ਦੇ ਦੁਆਰਾ ਕਰਾਂਗੇ, ਗੱਲਬਾਤ ਕਰਕੇ ਮਸਲਾ ਜਿਹੜਾ ਸੁਲਝਾਵਾਂਗੇ। ਅਸੀਂ ਸਾਰੇ ਉੱਥੇ ਖੜੇ ਉਸ ਚੀਜ਼ ਨੂੰ ਸੁਣ ਰਹੇ ਸੀ। ਪਰ ਜਦੋਂ ਉਹਨਾਂ ਨੂੰ ਲੱਗਾ ਵੀ ਵਿਦਿਆਰਥੀਆਂ ਵਿੱਚ ਕੋਈ ਇਸ ਕਿਸਮ ਦੀ ਜਿਹੜੀ ਹਲਚਲ ਨਹੀਂ ਮਚੀ ਤਾਂ ਉਹਨਾਂ ਨੇ ਡਾਇਰੈਕਟ ਅਟੈਕ ਕੀਤਾ ਕੁੜੀਆਂ 'ਤੇ। ਉਹ ਕਹਿੰਦੇ ਕਿ ਜੇ ਕੁੜੀਆਂ ਰਾਤ ਨੂੰ ਅਸੀਂ ਇੱਥੇ ਦਾਰੂ ਪੀਵਾਂਗੇ, ਗੱਡੀਆਂ ਤੇ ਗੇੜੇ ਵੀ ਮਾਰਾਂਗੇ। ਕੁੜੀਆਂ ਨੂੰ ਅਧਿਕਾਰ ਦਿੱਤਾ ਗਿਆ ਕਿ ਜਿਸ ਲਾਇਬ੍ਰੇਰੀ ਜਿਹੜੀ ਤੁਹਾਨੂੰ ਪੜ੍ਹਨ ਲਈ ਖੋਲ੍ਹੀ ਗਈ ਹੈ, ਤੁਸੀਂ 9 ਵਜੇ ਤੋਂ ਬਾਅਦ ਲਾਇਬ੍ਰੇਰੀ ਤੋਂ ਬਾਹਰ ਨਹੀਂ ਆ ਸਕਦੇ। ਇਸ ਕਰਕੇ ਜੇ ਕੋਈ ਕੁੜੀ ਰਾਤ ਨੂੰ 9 ਵਜੇ ਤੋਂ ਬਾਅਦ ਮਤਲਬ ਲਾਇਬ੍ਰੇਰੀ ਤੋਂ ਬਾਹਰ ਕਿਸੇ ਸੜਕ 'ਤੇ ਖੜੀ ਸਾਨੂੰ ਦਿਖਾਈ ਦਿੰਦੀ ਹੈ ਤਾਂ ਅਸੀਂ ਖੁਦ ਨਜਿੱਠਾਂਗੇ ਕਿ ਉਸ ਕੁੜੀ ਨਾਲ ਕੀ ਕੀਤਾ ਜਾਵੇ। ਫਿਰ ਉਹਨਾਂ ਨੇ ਸ਼ਰੇਆਮ ਕਿਹਾ ਕਿ ਕੁੜੀਆਂ ਜਿਹੜੀਆਂ ਇੱਥੇ ਮੁੰਡਿਆਂ ਦੇ ਹੱਥਾਂ 'ਚ ਹੱਥ ਪਾ ਕੇ ਇੱਥੇ ਘੁੰਮਦੀਆਂ ਨੇ, ਸੜਕਾਂ ਦੇ ਉੱਤੇ ਪੈਂਦੀਆਂ, ਮਤਲਬ ਬਹੁਤ ਗੰਦੀ ਵਰਡਿੰਗ ਉਹਨਾਂ ਨੇ ਕੁੜੀਆਂ ਨੂੰ ਸ਼ਰੇਆਮ ਮਾਵਾਂ ਭੈਣਾਂ ਦੀ ਗਾਲਾਂ ਕੱਢਣੀਆਂ ਮਾਈਕ 'ਚ ਸ਼ੁਰੂ ਕਰ ਦਿੱਤੀਆਂ। ਜਿੱਥੋਂ ਕੁੜੀਆਂ ਭੜਕੀਆਂ ਕੁੜੀਆਂ ਨੇ ਉਹਨਾਂ ਤੋਂ ਸਵਾਲ ਕਰਨੇ ਸ਼ੁਰੂ ਕੀਤੇ ਕਿ ਤੁਸੀਂ ਕੌਣ ਹੁੰਦੇ ਹੋ ਸਾਡਾ ਇੱਥੇ ਕਰੈਕਟਰ ਜੱਜ ਕਰਨ ਵਾਲੇ, ਤੁਸੀਂ ਕੌਣ ਹੁੰਦੇ ਹੋ, ਤੁਸੀਂ ਇਹ ਸਾਨੂੰ ਅਧਿਕਾਰ ਨਹੀਂ ਦਿੱਤਾ। ਅਸੀਂ ਲੜ ਕੇ ਆਪਣੇ ਸੰਘਰਸ਼ ਦੇ ਨਾਲ ਲਾਇਬ੍ਰੇਰੀ ਖੁਲਵਾਈ ਹੋਈ ਹੈ ਤੇ ਸੰਘਰਸ਼ ਦੇ ਨਾਲ ਅਸੀਂ ਇਸ ਜਿੱਤ ਨੂੰ ਹਾਸਲ ਕੀਤਾ ਤੇ ਅਸੀਂ ਤਾਂ ਇੱਥੇ ਆਣ ਕੇ ਪੜਾਂਗੇ। ਉਹਦੇ ਵਿੱਚ ਜਦੋਂ ਉਹਨਾਂ ਨੂੰ ਲੱਗਾ ਵੀ ਇਹ ਤਾਂ ਕੁੜੀਆਂ ਅੱਗੇ ਆ ਗਈਆਂ, ਆਪਾਂ ਤਾਂ ਇੱਥੇ ਕੁੱਟਣ ਲਈ ਆਏ ਸੀ, ਕੁੱਟਣ ਦੇ ਮਨਸ਼ੇ ਨਾਲ ਆਏ ਸੀਗੇ ਤੇ ਇਹ ਤਾਂ ਕੁੜੀਆਂ ਹੁਣ ਅੱਗੇ ਆ ਗਈਆਂ, ਹੁਣ ਕੁੜੀਆਂ ਦੇ ਉੱਤੇ ਹਮਲਾ ਕਰ ਨਹੀਂ ਸੀ ਸਕਦੇ। ਉਹਨਾਂ ਨੇ ਫਿਰ ਉਹਨਾਂ ਦੇ ਵਿੱਚੋਂ ਮਤਲਬ ਇੱਕ ਕਾਂਸਟੇਬਲ ਸੀਗਾ ਜਿੰਨੇ ਮਤਲਬ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਸ਼ਰੇਆਮ ਨੰਗੀਆਂ ਗਾਲਾਂ ਜਿਹੜੀਆਂ ਅਸੀਂ ਕਿਸੇ ਨੂੰ ਕੱਢਦੇ ਵੀ ਨਹੀਂ ਆ। ਉਹਦੇ ਵਿੱਚ ਫਿਰ ਪਿੱਛੋਂ ਤਰ੍ਹਾਂ ਆਇਆ, ਉਹਨਾਂ ਨੇ ਸਿੱਧਾ ਆਉਂਦਿਆਂ ਜਿਹੜਾ ਸਟੂਡੈਂਟ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰਤਾ। ਜਦ ਕਿ ਉਹ ਸਟੂਡੈਂਟ ਜਿਹੜੇ ਸੀ, ਸਿਕਿਉਰਿਟੀ ਗਾਰਡ ਸੀਗੇ ਜਿਹੜੇ, ਉਹ ਸਾਰੇ ਸਟੂਡੈਂਟਸ ਨੂੰ ਕਹਿ ਰਹੇ ਸੀਗੇ ਤੁਸੀਂ ਸਾਈਡ 'ਤੇ ਹੋ ਜਾਓ ਵੀ ਅਸੀਂ ਮਸਲੇ ਦਾ। ਤਾਂ ਸਟੂਡੈਂਟ ਤਿਆਰ ਵੀ ਸੀਗੇ, ਉਹ ਕਹਿੰਦੇ ਠੀਕ ਹੈ ਵੀ ਆਪਾਂ ਤਿਆਰ ਆ, ਉਹਨਾਂ ਨੂੰ ਕੋਈ ਗੱਲਬਾਤ ਦੇ ਦੁਆਰਾ ਜਿਹੜਾ ਮਸਲਾ ਹੱਲ ਕੀਤਾ ਜਾ ਸਕਦਾ। ਬਟ ਉਹਨਾਂ ਨੇ ਅਚਾਨਕ ਹੀ ਬਿਨਾਂ ਸਟੂਡੈਂਟ ਨੂੰ ਪਤਾ ਲੱਗੀ ਇੱਕਦਮ ਜਿਹੜਾ ਸਾਡਾ ਇੱਕ ਸਟੂਡੈਂਟ ਜਿਹੜਾ ਸਾਨੂੰ ਸਮਝਾ ਰਿਹਾ, ਮਤਲਬ ਗੱਲ ਕਰ ਰਿਹਾ ਸੀ ਵੀ ਆਪਾਂ ਮਸਲੇ ਦੇ ਉੱਤੇ ਬੈਠ ਕੇ ਗੱਲ ਕਰਦੇ ਆ, ਉਹਨੂੰ
ਫੜ ਕੇ ਜਿਹੜੇ ਆ 10-12 ਜਣੇ ਉਹਨੂੰ ਖਿੱਚ ਕੇ ਵਿੱਚੋਂ ਲੈ ਜਾਂਦੇ ਆ ਤੇ ਉਹਨੂੰ ਬੁਰੀ ਤਰੀਕੇ ਦੇ ਨਾਲ 20-25 ਜਣਿਆਂ ਵੱਲੋਂ ਉਹਨੂੰ ਲੰਮੇ ਪਾ ਕੇ ਕੁੱਟਿਆ ਜਾਂਦਾ ਹੈ। ਹੁਣ ਤੁਸੀਂ ਖੁਦ ਦੇਖੋ ਕਿ ਇੱਕ ਵਿਦਿਆਰਥੀ ਨੂੰ ਇਕੱਲੇ ਨੂੰ ਤੁਸੀਂ ਇੰਨੀ ਵਿੱਚੋਂ ਚੱਕ ਕੇ 20-25 ਗੁੰਡੇ ਜਿਹੜੇ ਕੁੱਟ ਰਹੇ ਹੋ ਤਾਂ ਕਿਹੜਾ ਸਟੂਡੈਂਟ ਹੈ ਜਿਹੜਾ ਉਸ ਵੇਲੇ ਸ਼ਾਂਤ ਬੈਠੂਗਾ। ਉਹ ਜਸਟ ਉਹਦਾ ਰਿਐਕਸ਼ਨ ਉਸ ਟਾਈਮ ਕੀਤਾ ਗਿਆ ਸੀ। ਜਦੋਂ ਫਿਰ ਅਸੀਂ ਉਹਨੂੰ ਛੁਡਵਾ ਕੇ ਆਪਣੇ ਕੋਲ ਲੈ ਆਏ ਆ, ਨਾਅਰੇਬਾਜ਼ੀ ਸਟੂਡੈਂਟ ਨੇ ਜਸਟ ਨਾਅਰੇਬਾਜ਼ੀ ਕੀਤੀ ਆ, ਉਹਨਾਂ ਤੇ ਕੋਈ ਹੱਥ ਨਹੀਂ ਚੁੱਕਿਆ, ਕੋਈ ਅਟੈਕ ਜਿਹੜਾ ਮੋੜਵਾਂ ਅਟੈਕ ਨਹੀਂ ਕੀਤਾ। ਫਿਰ ਜਦੋਂ ਨਾਅਰੇਬਾਜ਼ੀ ਕਰ ਰਹੇ ਆ ਤਾਂ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੁੱਲੜਬਾਜ਼ੀ ਸਾਮ ਦਿਖ ਰਹੀ ਹੈ। ਉਹ ਸਾਰੇ ਜਿਹੜੇ ਉੱਚੀ ਨਾਅਰੇ ਚੀਕਾਂ ਮਾਰ ਰਹੇ ਨੇ, ਕਦੀ ਕੋਈ ਇਲਜ਼ਾਮ ਲਾ ਰਹੇ ਨੇ, ਉੱਪਰ ਉਂਗਲਾਂ ਕਰ ਕਰਕੇ ਮਤਲਬ ਪੂਰਾ ਸਟੂਡੈਂਟਸ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੇ। ਪਰ ਜਦੋਂ ਸਟੂਡੈਂਟ ਫਿਰ ਵੀ ਨਹੀਂ ਉਕਸੇ ਤਾਂ ਉਹਨਾਂ ਨੇ ਕੜੇ ਕੱਢ ਕੇ ਜਿਹੜਾ ਸਟੂਡੈਂਟ ਦੇ ਉੱਤੇ ਹਮਲਾ ਦੁਬਾਰਾ ਤੋਂ 3 ਵਾਰ ਜਿਹੜਾ ਸਟੂਡੈਂਟ ਦੇ ਉੱਤੇ ਅਟੈਕ ਕੀਤਾ ਗਿਆ। ਪਹਿਲੀ ਵਾਰ ਤਾਂ ਇਹਨਾਂ ਨੇ ਸਿਰਫ ਕੁੱਟਿਆ, ਦੂਜੀ ਵਾਰ 'ਚ ਇਹਨਾਂ ਨੇ ਕੜਿਆਂ ਤੇ ਅਟੈਕ ਕੀਤਾ, ਤੀਜੀ ਵਾਰ ਕੁੜੀ ਦਾ ਗਲਾ ਫੜ ਲਿਆ, ਕੁੜੀ ਨੂੰ ਗਲੇ ਤੋਂ ਫੜ ਕੇ ਉਹਨੂੰ ਲੰਮੇ ਪਾ ਦਿੱਤਾ ਥੱਲੇ। ਉੱਥੇ ਵੀ 4-5 ਸਟੂਡੈਂਟਸ ਨੇ ਮਿਲ ਕੇ ਜਿਹੜਾ ਉਹ ਇੰਨਾ ਪਹਿਲਵਾਨ ਮੁੰਡਾ ਸੀਗਾ ਕਿ 4-5 ਸਟੂਡੈਂਟਸ ਨੇ ਮਿਲ ਕੇ ਉਹਨੂੰ ਕੁੜੀ ਤੋਂ ਛੁਡਵਾਇਆ। ਇਹਨਾਂ ਸ਼ਰੇਆਮ ਜਿਹੜੇ ਕੁੜੀ ਦੇ ਇੱਕ ਤੇ ਡੰਡਾ ਮਾਰ ਕੇ ਉਹਦਾ ਸਿਰ ਫਾੜ ਦਿੱਤਾ। ਇੱਥੋਂ ਤੱਕ ਕਿ ਇੰਨੀ ਮਨਸ਼ਾ ਦੇ ਨਾਲ ਆਏ ਸੀਗੇ ਵੀ ਜਿਹੜਾ ਸਟੂਡੈਂਟ ਦੇ ਸਾਹਮਣੇ ਇਹ ਮਾਹੌਲ ਕ੍ਰੀਏਟ ਨਾ ਕੀਤਾ ਜਾਵੇ। ਇਹ ਤਾਂ ਆਪਣੇ ਨਾਲ ਪਹਿਲਾਂ ਵੀ ਹਥਿਆਰਬੰਦ ਵੀ ਤਰੀਕੇ ਨਾਲ ਆਏ ਸੀ। ਜਦੋਂ ਇਹ ਫਲੈਟਾਂ ਦੇ ਪਿੱਛੇ ਭੱਜਦੇ ਨੇ ਤੇ ਸਟੂਡੈਂਟ ਦੇ ਉੱਤੇ ਜਿਹੜੇ ਰੋੜਿਆਂ ਦੇ ਨਾਲ ਤਿੱਖੀਆਂ ਚੀਜ਼ਾਂ ਦੇ ਨਾਲ ਜਿਹੜੇ ਵਾਰ ਕੀਤੇ ਗਏ, ਜਿਹਦੇ ਵਿੱਚ ਸਾਡੇ ਇੱਕ ਸਾਥੀ ਦਾ ਜਿਹੜਾ ਮਤਲਬ ਸਿਰ ਕਰੈਕ ਹੋ ਗਿਆ ਹੋਇਆ, ਇੱਥੋਂ ਪੂਰੀ ਅੱਖ ਦੇ ਉੱਤੇ ਕਾਫੀ ਸੱਟ ਲੱਗੀ ਹੋਈ ਹੈ। ਤੋਂ ਅਜੇ ਤੱਕ ਹਸਪੀਟਲ ਵਿੱਚ ਐਡਮਿਟ ਆ। ਉਹ ਕੁੜੀ ਜਿਹਦਾ ਗਲਾ ਫੜਿਆ ਗਿਆ ਤੇ ਮੁੰਡਾ ਜਿਹਦੇ ਸਿਰ ਤੇ ਕਾਫੀ ਸੱਟ ਆ, ਅਜੇ ਤੱਕ ਹਸਪੀਟਲ ਵਿੱਚ ਐਡਮਿਟ ਨੇ। ਉਹਨਾਂ ਦੇ ਇੰਨੀ ਸੀਰੀਅਸ ਹਾਲਤ ਜਿਹੜੀ ਉਹ ਕੀਤੀ ਹੋਈ ਹੈ ਇਹਨਾਂ ਨੇ। ਅੱਛਾ, ਜਿਸ ਕੇ ਸਾਰੀ ਘਟਨਾ ਦੀ ਜ਼ਿਕਰ ਕਰਦੇ ਨੇ, ਹੁਣ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ 'ਤੇ ਕੀ ਕਾਰਵਾਈ ਹੋਈ ਹੈ? ਕੋਈ ਯੂਨੀਵਰਸਿਟੀ ਨੇ ਕਾਰਵਾਈ ਕੀਤੀ ਹੈ? ਸਰ ਯੂਨੀਵਰਸਿਟੀ ਕਹਿ ਰਹੀ ਹੈ ਵੀ ਕਾਰਵਾਈ ਕੀਤੀ ਜਾਊਗੀ। ਮਤਲਬ ਹਲੇ ਸਾਰਾ ਪ੍ਰੋਸੀਜਰ ਚੱਲ ਰਿਹਾ ਹੈਗਾ ਵੀ ਉਹਨਾਂ ਦੀ ਵੀ ਗੱਲ ਸੁਣੀ ਜਾ ਰਹੀ ਹੈ ਤੇ ਸਾਡੀ ਕੱਲ੍ਹ ਮੀਟਿੰਗ ਹੋਈ ਆ। ਸਾਨੂੰ ਉਸ 'ਚ ਇਹੀ ਭਰੋਸਾ ਦਿਵਾਇਆ VC ਨੇ ਵੀ ਛੇਤੀ ਤੋਂ ਛੇਤੀ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ। ਬਾਕੀ ਯੂਨੀਵਰਸਿਟੀ ਜੋ ਬਣਦਾ ਐਕਸ਼ਨ ਆ ਸਾਨੂੰ ਤਾਂ ਇਹੀ ਕਿਹਾ ਗਿਆ ਵੀ ਲਿਆ ਜਾਊਗਾ ਯੂਨੀਵਰਸਿਟੀ ਦੁਆਰਾ। ਅੱਛਾ, ਤੁਹਾਨੂੰ ਕਿੱਦਾਂ ਲੱਗਦਾ ਜੋ ਹੁਣ ਤੁਸੀਂ ਜ਼ਿਕਰ ਕਰਦੇ ਹੋ, ਨਾਮਾਂ ਦੇ ਜ਼ਿਕਰ ਕਰਦੇ ਹੋ, ਕਿ ਪੁਲਿਸ ਨੇ ਅਰੈਸਟ ਕੀਤਾ ਉਹਨਾਂ ਨੂੰ? ਹਾਂਜੀ, ਉਹਨਾਂ ਦੇ ਵਿੱਚੋਂ ਜਿਹੜੇ 3 ਜਿਹੜੇ ਜਣੇ ਨੇ ਅਰੈਸਟ ਹੋ ਗਏ ਨੇ ਅਤੇ ਜਿਹੜੇ ਕੋਰਟ ਵੱਲੋਂ ਅੱਜ ਜਿਹੜਾ ਪੁਲਿਸ ਨੇ ਇੱਕ ਰਿਮਾਂਡ ਲੈ ਲਿਆ ਹੋਇਆ 1 ਦਿਨ ਦਾ ਅੱਜ, ਤੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਹੈ। ਤੇ ਜਿਹੜੇ ਬਾਕੀ ਜਿਹੜੇ ਦੋਸ਼ੀ ਨੇਗੇ, ਜਿਹੜੇ ਆਇਡੈਂਟੀਫਾਈਡ ਨੇਗੇ, ਉਹਨਾਂ ਨੂੰ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਜਿਹੜੀ ਲਗਾਤਾਰ ਉਹਨੂੰ ਲੱਭ ਰਹੀ ਹੈਗੀ। ਉੱਧਰੋਂ ਉਹਨਾਂ ਦੀ ਉੱਤੇ ਜਿਹੜੀ ਕਾਰਵਾਈ ਚੱਲ ਰਹੀ ਹੈਗੀ ਅਤੇ ਜਲਦੀ ਹੀ ਉਹਨਾਂ ਵੱਲੋਂ ਸਾਨੂੰ ਇਨਫੋਰਮੇਸ਼ਨ ਆਉਂਦੀ ਰਹੂਗੀ ਕੀ ਅੱਗੇ ਉਹਨਾਂ ਦਾ ਪ੍ਰੋਸੈਸ ਕਰ ਰਹੇ ਨੇ। ਅਤੇ ਜਿਹੜੀ ਯੂਨੀਵਰਸਿਟੀ ਅਥਾਰਟੀ ਹੈਗੀ ਉਹਨਾਂ ਨੇ ਵੀ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਉਹ ਜਿਹੜੇ ਕਾਰਵਾਈ ਉਹਨਾਂ ਦੇ ਉੱਤੇ ਕਰਨਗੇ ਜਿਹੜੀ ਬਣਦੀ ਹੈਗੀ ਯੂਨੀਵਰਸਿਟੀ ਵੱਲੋਂ। ਇਹ ਜਿਹੜਾ ਹੈਗਾ ਉੱਥੇ ਦਾ ਪ੍ਰੋਟੈਸਟ। ਅੱਛਾ, ਜੇ ਯੂਨੀਵਰਸਿਟੀ ਇਸ ਤਰੀਕੇ ਨਾਲ ਕੋਈ ਕ੍ਰਿਮੀਨਲ ਰਿਕਾਰਡ ਵਿੱਚ ਆ ਜਾਂਦਾ ਤਾਂ ਉਸ ਨਾਲ ਯੂਨੀਵਰਸਿਟੀ ਫਿਰ ਕੋਈ ਐਕਸ਼ਨ ਲੈਂਦੀ ਹੈ? ਹਾਂਜੀ ਹਾਂ, ਉਹ ਯੂਨੀਵਰਸਿਟੀ ਉਹਦੇ 'ਤੇ ਐਕਸ਼ਨ ਲੈਂਦੀ ਹੈ। ਜਾਂ ਪਹਿਲਾਂ ਉਹਦੀ ਪੇਜ 'ਤੇ, ਉਸ ਤੋਂ ਬਾਅਦ ਜੇ ਉਹਨਾਂ ਦੇ ਉੱਤੇ ਸੀਵੀਅਰ ਜਿਹੜਾ ਉਹ ਕ੍ਰਿਮੀਨਲ ਕੇਸਿਸ 'ਤੇ ਆ ਜਾਂਦਾ ਗਾ, ਉੱਧਰੋਂ ਕੋਰਟ ਵੱਲੋਂ ਆ ਜਾਂਦਾ ਤਾਂ ਫਿਰ ਉਹਨੂੰ ਜਿਹੜਾ ਉਹ ਸਸਪੈਂਡ ਕਰਨ ਵਾਲੇ ਪਾਸੇ ਵੀ ਜਾਂਦੀ ਹੈਗੀ। ਉਹਨਾਂ ਨਾਲ ਇਹ ਵੀ ਗੱਲ ਇਸ 'ਤੇ ਵੀ ਹੋਈ ਉਹਨਾਂ ਨਾਲ ਕਿ ਜਿਹੜਾ ਉੱਧਰੋਂ ਜਿਸ ਤਰ੍ਹਾਂ ਰਿਕਾਰਡ ਉਹਨਾਂ ਦਾ ਆਊਗਾ, ਦੋਸ਼ੀ ਜਿਸ ਹਿਸਾਬ ਨਾਲ ਉਹਨਾਂ ਦੇ ਜਿਹੜੀਆਂ ਧਾਰਾਵਾਂ ਦਾ ਜਿਹੜਾ ਸਿਸਟਮ ਚੱਲੂਗਾ, ਉਹਦੇ 'ਤੇ ਫਿਰ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਉਹਨਾਂ ਦੇ ਉੱਤੇ। ਅੱਛਾ, ਜੇ ਸਾਰੀ ਹੁਣ ਘਟਨਾ ਦਾ ਜ਼ਿਕਰ ਕੀਤਾ ਵੀ ਕਿਵੇਂ ਸਾਰੀ ਘਟਨਾ ਵਾਪਰੀ ਹੈ, ਕੀ ਲੱਗਦਾ ਵੀ ਇਸ ਤਰੀਕੇ ਦੀ ਘਟਨਾਵਾਂ ਹੋਣਾ ਯੂਨੀਵਰਸਿਟੀ ਦੇ ਵਿੱਚ ਤਾਂ ਸਿਕਿਉਰਿਟੀ ਉੱਥੇ ਕੀ ਕਰਦੀ ਸੀ? ਤਾਂ ਲੱਗਦਾ ਸੀ ਇਹ ਸਾਰੀ ਘਟਨਾ ਹੋਣੀ ਨਹੀਂ ਚਾਹੀਦੀ ਸੀ। ਸਿਕਿਉਰਿਟੀ ਹੁੰਦੀ, ਜੇ ਪੁਲਿਸ ਹੁੰਦੀ ਤਾਂ ਰੋਕਿਆ ਜਾ ਸਕਦਾ ਸੀ। ਜਿਵੇਂ ਜ਼ਿਕਰ ਕਰਨ ਕਿ ਕੜਿਆਂ ਨਾਲ ਕੁੱਟਿਆ, ਕੁੜੀ ਨੂੰ ਗਲੇ ਤੋਂ ਫੜ ਲਿਆ ਜਾ ਕੇ, ਉੱਥੇ ਇਹ ਰੋਕੀ ਜਾ ਸਕਦੀ ਸੀ ਘਟਨਾ। ਜਿਵੇਂ ਇਹਦੇ ਵਿੱਚ ਦੇਖੀਏ ਯੂਨੀਵਰਸਿਟੀ ਕੋਲ ਬਹੁਤ ਵੱਡੀ ਸਿਕਿਉਰਿਟੀ ਹੈਗੀ। ਇਹਦੇ ਵਿੱਚ ਉੱਥੇ ਜਦੋਂ ਪਤਾ ਲੱਗਿਆ, ਜਦੋਂ ਪਹਿਲਾਂ ਸਵੇਰ ਤੋਂ ਦੱਸਿਆ ਗਿਆ ਉਹਨਾਂ ਨੂੰ ਵੀ ਇਸ ਤਰੀਕੇ ਦਾ ਇਕੱਠ ਹੋ ਰਿਹਾ ਹੈਗਾ, ਇਹ ਮਾਹੌਲ ਬਣਿਆ ਪਿਆ, ਉਹਨਾਂ ਨੇ 2 ਬੰਦੇ ਉੱਥੇ ਭੇਜੇ। ਜੇ ਬਣਦਾ ਇਹ ਸੀਗਾ ਵੱਡਾ ਇਕੱਠ ਭੇਜਦੇ, ਜਦੋਂ ਸ਼ਾਮ ਨੂੰ ਅਟੈਕ ਹੁੰਦਾ ਉੱਥੇ ਕੈਪਟਨ ਪਹੁੰਚਦਾ ਗਾ, ਜਿਹੜਾ ਇੱਥੇ ਸਿਕਿਉਰਿਟੀ ਮੁੱਖ ਇੰਚਾਰਜ ਆ, ਉਦੋਂ ਇਹਨਾਂ ਅਮਰਜੀਤ ਸਿੰਘ ਪਹੁੰਚਦੇ ਨੇ, ਉਹ ਵਿੱਚ ਨੇ ਗਏ, ਉਹਨਾਂ ਦੇ ਵੀ ਸਾਡੇ ਸਾਹਮਣੇ ਪਈਆਂ ਨੇ, ਕੈਪਟਨ ਦਾ ਆਪਦਾ ਫੋਨ ਟੁੱਟਦਾ ਗਾ। ਜਿਵੇਂ ਉੱਥੇ ਉਹ ਸਮੇਂ ਦੇ ਵਿੱਚ ਸਿਕਿਉਰਿਟੀ ਹੋਰ ਵੱਧ ਵਧਾਈ ਜਾਂਦੀ ਤਾਂ ਮਸਲਾ ਇੱਥੇ ਤੱਕ ਪਹੁੰਚ ਨਹੀਂ ਸਕਦਾ ਸੀ। ਜਿਵੇਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਇੱਕ ਸਿਕਿਉਰਿਟੀ ਦੀ ਵੀ ਨਾਕਾਮੀ ਹੈ ਇਹ ਪੂਰੀ ਦੀ ਪੂਰੀ। ਜਿਵੇਂ ਘਟਨਾ ਦਾ ਆਪਾਂ ਪਹਿਲੇ ਦਿਨ ਤੋਂ 7 ਤਰੀਕ ਤੋਂ ਕਿਸੇ ਵੀ ਤਰੀਕੇ ਦਾ ਮੁਲਾਂਕਣ ਕਿਸੇ ਵੀ ਕਹੀਏ, ਜਿਵੇਂ ਅਲੱਗ-ਅਲੱਗ ਇੰਪਲਾਈ ਦਾ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ ਗੱਲਾਂ ਆ ਰਹੀਆਂ ਨੇ, ਪਰ ਗੱਲ ਇਹ ਹੈ ਵੀ ਜਿਸ ਤਰੀਕੇ ਦੀ ਘਟਨਾ ਵਾਪਰੀ, ਕੁੜੀਆਂ ਦੇ ਗਲ ਘੁੱਟੇ ਗਏ ਨੇਗੇ, ਵਿਦਿਆਰਥੀਆਂ ਦੇ ਸਿਰ ਪੱਟੇ ਨੇਗੇ, ਜਾਂ ਗੱਲ ਕੀ ਲਾਇਬ੍ਰੇਰੀ ਦੇ ਸਾਹਮਣੇ ਮੁੱਖ ਜਗ੍ਹਾ ਦੇ ਉੱਤੇ ਆ ਕੇ ਬਾਹਰੋਂ ਜਿਹੜੇ ਹਮਲਾਵਰ ਬਾਹਰਲੇ ਆਊਟਸਾਈਡਰ ਨੇ ਹਮਲਾ ਕੀਤਾ ਗਾ, ਇਹਦੇ ਉੱਤੇ ਇੱਥੇ ਦੇ ਯੂਨੀਵਰਸਿਟੀ ਦੇ ਇਕੱਲੇ ਦਾ ਖੂਨ ਖੋਲਣਾ ਚਾਹੀਦਾ ਗਾ। ਇੱਥੇ ਦੇ ਜਿਹੜੇ ਇੰਪਲਾਈ ਤੋਂ ਲੈ ਕੇ ਵਰਕਰ ਤੋਂ ਛੋਟੇ ਤੋਂ ਲੈ ਕੇ ਸਾਰੇ ਵਿਦਿਆਰਥੀਆਂ ਦਾ, ਅਧਿਆਪਕਾਂ ਦਾ, ਪ੍ਰੋਫੈਸਰਾਂ ਦਾ ਜਿਹੜਾ ਹੋਣਾ ਚਾਹੀਦਾ, ਜਿਹੜਾ ਸਾਡੇ ਤੱਕ ਪਹੁੰਚ ਵੀ ਰਿਹਾ ਹੈਗਾ। ਜਿਵੇਂ ਉਹਨਾਂ ਵਿੱਚ ਵੀ ਇਹ ਸਾਰੇ ਦਾ ਸਾਰਾ ਰੋਸ਼ ਆ ਵੀ ਜਿਸ ਤਰੀਕੇ ਦੀ ਘਟਨਾ ਸੀਗਾ, ਅਲੱਗ-ਅਲੱਗ ਘਟਨਾਵਾਂ ਇੱਥੇ ਪਹਿਲਾਂ ਵੀ ਵਾਪਰਦੀਆਂ ਨੇ, ਅਲੱਗ-ਅਲੱਗ ਚੀਜ਼ਾਂ ਵਾਪਰਦੀਆਂ ਰਹੀਆਂ ਨੇ, ਪਰ ਜਿਹੜਾ ਇਹ ਅਟੈਕ ਆ, ਜਿਸ ਤਰੀਕੇ ਦਾ ਇਹ ਹਮਲਾ ਗਾ, ਵੀ ਇਹ ਬਹੁਤ ਜ਼ਿਆਦਾ ਨਿੰਦਣੀ ਆ ਤੇ ਇਹ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜਿਵੇਂ BC ਦਾ ਵੀ ਸਾਡੇ ਤੱਕ ਜਿਹੜੀ ਗੱਲ ਆਈ ਆ, ਉਹਨੇ ਵੀ ਇਹੀ ਗੱਲ ਕਹੀ ਆ। ਜਿਵੇਂ ਉਹਦੇ ਉੱਤੇ ਸਾਨੂੰ ਜਿੱਥੇ ਤੱਕ ਲੱਗਦਾ ਵੀ ਪ੍ਰਸ਼ਾਸਨ ਦਾ, ਯੂਨੀਵਰਸਿਟੀ ਦਾ ਸਖਤ ਕਾਰਵਾਈ ਗੱਲ ਕਰਨ ਦੇ ਉੱਤੇ ਰੁਖ ਹੈਗਾ ਗਾ। ਜੇ ਨਹੀਂ ਹੁੰਦਾ ਉਹਦੇ 'ਤੇ ਅਸੀਂ ਪੂਰਾ ਹੋਰ ਪ੍ਰੈਸ਼ਰ ਵਧਾਵਾਂਗੇ ਪ੍ਰਸ਼ਾਸਨ ਦੇ ਉੱਤੇ, ਤੇ ਇਸ ਤੋਂ ਬਿਨਾਂ ਬਾਹਰ ਦੇ ਉੱਤੇ ਵੀ ਉਹਨਾਂ ਉੱਤੇ
ਜਿੰਨਾ ਬਣਦਾ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ। ਜਿਹੜੇ ਉਹਦੇ ਆਗੂ ਨੇਗੇ ਉਹਨਾਂ ਉੱਤੇ ਵੱਧ ਤੋਂ ਵੱਧ ਕਾਰਵਾਈ ਕੀਤੀ। ਜਿਹੜਾ ਸ਼ਰਾਬ ਦੀ ਜ਼ਿਕਰ ਆਉਂਦਾ, ਕੁੜੀਆਂ ਨੂੰ ਛੇੜਨ ਦੀ ਗੱਲ ਆਉਂਦੀ, 8 ਤਰੀਕ ਦੀ ਹੋ ਗਈ, ਉਸ ਤੋਂ ਪਹਿਲਾਂ ਵੀ ਇਸ ਤਰੀਕੇ ਨਾਲ ਜੇ ਹੋਇਆ ਤਾਂ ਫਿਰ ਕੋਈ ਐਕਸ਼ਨ ਲਿਆ ਗਿਆ ਯੂਨੀਵਰਸਿਟੀ ਵੱਲੋਂ? ਜਿਵੇਂ ਇਦੋਂ ਪਹਿਲਾਂ ਹੁੰਦੇ ਰਹਿੰਦੇ ਨੇਗੇ ਇਦੋਂ। ਐਕਸ਼ਨ ਕੀ ਲਿਆ ਯੂਨੀਵਰਸਿਟੀ ਜਾਂ ਵੀਸੀ ਨੇ, ਕੀ ਐਕਸ਼ਨ ਲਿਆ? ਜਿਹੜਾ 7 ਤਰੀਕ ਵਾਲੇ ਦਾ, ਉਸ ਤੋਂ ਪਹਿਲਾਂ ਵੀ ਹੁੰਦੇ ਨੇ ਜੇ ਹਾਦਸੇ ਇਦਾਂ ਨਾਲ? ਉਸ ਤੋਂ ਪਹਿਲਾਂ ਦਾ ਕੋਈ ਇਦਾਂ ਕੋਈ ਵੱਡਾ ਕੋਈ ਸਾਹਮਣੇ ਆਉਣ ਵਾਲੀ ਚੀਜ਼ ਹੈ ਨਹੀਂ ਵੀ ਇਸ ਤਰੀਕੇ ਦਾ ਕੋਈ ਵੱਡਾ ਐਕਸ਼ਨ ਲਿਆ ਹੋਵੇ, ਕੋਈ ਵੱਡੀ ਚੀਜ਼ ਕੀਤੀ ਜਾਵੇ। ਜਿਵੇਂ ABC ਤੋਂ ਅਸੀਂ ਆਸ ਰੱਖਦੇ ਹਾਂ, ਜਿਵੇਂ ਆਏ ਨੇ ਇਹ ਜਾਂ ਜਿੰਨੇ ਇੰਟਰਵਿਊ ਸੋਸ਼ਲ ਮੀਡੀਆ 'ਤੇ ਇੱਧਰ ਉੱਧਰ ਮਿਲਦੇ ਨੇ ਵੀ ਇਹ ਲੋਕ ਪੱਖੀ ਨੇ, ਲੋਕਾਂ ਲਈ ਕੁਝ ਕਰਦੇ ਨੇ, ਇਹਨਾਂ ਤੋਂ ਅਸੀਂ ਵੱਧ ਆਸ ਕਰਦੇ ਹਾਂ ਵੀ ਇਸ ਤਰੀਕੇ ਦੀ ਜਿਹੜੀ ਪੂਰੇ ਤੋਂ ਪੂਰੇ ਹੁੱਲੜਬਾਜ਼ੀ ਆ ਜਾਂ ਦਾਰੂ ਪੀ ਕੇ ਸ਼ਰਾਬਾਂ ਵੀ ਕਿਸ ਤਰੀਕੇ ਦੀ ਗੁੰਡਾਗਰਦੀ ਆ, ਉਹਦੇ ਉੱਤੇ ਹੋਰ ਜ਼ਿਆਦਾ ਕਸਣਗੇ, ਸਕੰਜਾ ਕਸਣਗੇ। ਅਸੀਂ ਇਹਨਾਂ ਤੋਂ ਆਸਰਾ ਕਰਦੇ ਹਾਂ। ਪਹਿਲਾਂ ਦੇ ਜਿਸ ਤਰੀਕੇ ਦੇ BC ਆ ਕੇ ਚਲੇ ਗਏ ਉਹਨਾਂ ਤੋਂ ਹੋ ਸਕਦਾ ਅਸੀਂ ਆਸ ਨਾ ਕਰੀਏ। ਇਹ ਜਿਸ ਤਰੀਕੇ ਨਾਲ ਲੋਕ ਪੱਖੀ ਹੋਣ ਦਾ ਵਾਅਦਾ ਕਰਦੇ ਨੇਗੇ, ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਉਹ ਤੇ ਲੈਣਾ। ਜਿਹੜੇ ਹੁਣ ਪਰਚੇ ਕੀ ਸਟੂਡੈਂਟ ਤੇ ਵੀ ਕੋਈ ਹੋਈ FIR ਵਗੈਰਾ ਕੋਈ ਹੋਇਆ ਕੇਸ ਦਰਜ? ਹਜੇ ਤੱਕ ਤਾਂ ਕੋਈ ਕ੍ਰੋਸ ਪਰਚਾ ਸਾਡੇ ਤੇ ਆਇਆ ਨਹੀਂ, ਹਜੇ ਤੱਕ ਕੋਈ ਇਨਫੋਰਮੇਸ਼ਨ ਹੈ ਨਹੀਂ ਅੱਗੇ ਦਾ, ਬਾਕੀ ਪਤਾ ਨਹੀਂ ਜੀ ਕੁਝ। ਉਸ ਪਾਸੋਂ ਕਿੰਨੇ ਜਣੇ ਦੇ ਪਰਚੇ ਹੋਏ ਨੇ? ਉਸ ਪਾਸਿਓਂ ਅਸੀਂ 12 ਜਣੇ ਆਇਡੈਂਟੀਫਾਈਡ ਨੇ, ਜਿਨ੍ਹਾਂ ਚੋਂ 3 ਅਰੈਸਟ ਨੇ। ਇੱਕ ਪੂਰੇ ਫੜਿਆ ਗਿਆ ਸੀਗਾ, ਇੱਕ ਰਾਜੂ ਪ੍ਰਧਾਨ ਤੇ ਕਾਸ਼ੂ ਚੌਧਰੀ, ਉਹ ਅਰੈਸਟ ਨੇ ਇਸ ਟਾਈਮ, ਤੇ ਬਾਕੀ 50 ਤੋਂ 60 ਅਣਪਛਾਤੇ ਵਿਅਕਤੀ ਨੇ। ਤੇ ਸਾਰੀ ਘਟਨਾ ਸੁਣੀ ਹੈ, ਖੁਦ ਵਿਦਿਆਰਥੀਆਂ ਦੇ ਮੂੰਹ ਤੋਂ ਸੁਣੀ ਹੈ ਜੋ 8 ਤਰੀਕ ਨੂੰ ਘਟਨਾ ਵਾਪਰੀ ਸੀ। ਇੱਕ ਜਿਸ ਨੂੰ ਹੁੱਲੜਬਾਜੀ ਹੁੰਦੀ ਹੈ ਯੂਨੀਵਰਸਿਟੀ ਦੇ ਵਿੱਚ, ਉਸ ਤੋਂ ਬਾਅਦ ਮਾਫੀ ਮੰਗਾਉਂਦੇ ਨੇ, ਫਿਰ ਇੱਕ ਪੋਸਟ ਪੈ ਜਾਂਦੀ ਹੈ, ਉਸ ਤੋਂ ਬਾਅਦ ਲਗਾਤਾਰ ਹੀ ਹੋਮੇ ਦੇ ਵਿੱਚ ਆ ਕੇ ਪੁੱਛਣ ਲੱਗ ਪੈਂਦੇ ਨੇ ਵੀ ਪੋਸਟ ਕਿਉਂ ਪਾਈ ਹੈ, ਅਸੀਂ ਮਾਫੀ ਨਹੀਂ ਮੰਗਣੀ। ਗੱਲ ਤਾਂ ਬਹੁਤ ਛੋਟੀ ਸੀ ਪਰ ਵਿਧਾਨ ਵਿੱਚ ਜੇ ਦੇਖਿਆ ਜਾਵੇ ਤਾਂ ਕਾਫੀ ਵੱਧ ਗਈ ਹੈ। ਮੀਡੀਆ ਦੀਆਂ ਸੁਰਖੀਆਂ ਵੀ ਬਣੀਆਂ ਰਹੀਆਂ ਨੇ। ਵਿਦਿਆਰਥੀ ਨੇ ਜਾਂ ਆਊਟਸਾਈਡਰ ਜਦੋਂ ਆਉਂਦੇ ਨੇ ਤਾਂ ਯੂਨੀਵਰਸਿਟੀ ਦੀ ਵੀ ਇੱਥੇ ਲਗਾਤਾਰ ਜ਼ਿੰਮੇਵਾਰੀ ਬਣਦੀ ਹੈ ਕਿ ਵਿਦਿਆਰਥੀ ਕਰਨ ਕੀ ਆਇਆ। ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੋਈ ਵੀ ਗੱਡੀ ਅੰਦਰ ਨਹੀਂ ਜਾ ਸਕਦੀ ਕਿਸੇ ਆਮ ਵਿਅਕਤੀ ਦੀ। ਜਿਸ ਗੱਡੀ ਦੇ ਸਟicker ਲੱਗਿਆ ਜਾਂ ਸਿਫਾਰਿਸ਼ ਹੁੰਦੀ ਹੈ, ਗੱਡੀ ਉਸ ਦੇ ਅੰਦਰ ਜਾਂਦੀ ਹੈ। ਕਿ ਯੂਨੀਵਰਸਿਟੀ ਉਸ ਚੀਜ਼ ਨੂੰ ਦੇਖਦੇ ਹੋਏ ਕਿ ਜ਼ਿੰਮੇਵਾਰੀ ਚੁੱਕੂਗੀ ਕਿ ਜੋ ਘਟਨਾ ਵਾਪਰੀ ਹੈ, ਗੱਡੀ ਦੇ ਸਟicker ਲੱਗੇ ਨੇ, ਉਸ ਪਰ ਕੀ ਕਾਰਵਾਈ ਹੋਏਗੀ। ਪੁਲਿਸ ਨੇ 3 ਵਿਅਕਤੀ ਗ੍ਰਿਫਤਾਰ ਤਾਂ ਕਰ ਲਏ ਨੇ, ਹੁਣ ਕਿਸ ਤਰੀਕੇ ਨਾਲ ਕੇਸ ਚੱਲੂਗਾ, ਇਹ ਯੂਨੀਵਰਸਿਟੀ ਕਿਸ ਤਰੀਕੇ ਨਾਲ ਐਕਸ਼ਨ ਲਏਗੀ,